बंदन पद पंकज बंदना सिमरो अंगद दोख निकंदन दोख निकंदना अमरदास गुर हृदय त्यामो हृदय त्यामो श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोविंद शुभ मत प्रकाश शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला जी परम कृपाला गुरु गोविंद सिंह विसाला गुरु गोविंद सिंह विसाला करों तरा पर पुन पुन सीसा जी पुन पुन सीसा बंदों बार बार जगदीशा बंदों बार बार जगदीशा साहिब श्री गुरु तेग बहादुर महाराज जी के पावन मुकद्दस अस्थान गुरुद्वारा सीसगंज साहिब विखे शाम के दीवाना के अंदर इतिहास की जो लड़ीवार कथा चल रही है उस दे विच हाजरी भरन दे लई पहुंची हुई साध संगत जी बड़े अदब सत्कार दे नाल गुरु जी वालों बख्शी हुई फतेह नाल सांझ पाओ अते आप जी ने कल दे दीवाना दे विच ये श्रवण कीता सी साहिब श्री गुरु नानक देव जी महाराज ने सिखां सेवकां नूं कहा असीं इस दुनिया तो चले जाना है पर माता सुलखणी जी की बेनती नूं श्रवण करदिआं साहिब श्री गुरु महाराज जी ने 10वें वाले दिन हुण जाना सोचिया है। आओ हुण जिहड़ी अगे दी कथा चलती है किवें महाराज जी अगे इस दुनिया तो फानी दुनिया तो जाणगे बड़े अदब सत्कार दे नाल श्रवण करो। कथा आरंभ करन तो पहला गुरु जी वालों बख्शे हुए गुरमंत्र दे नाल सांझ पाइए। सतनाम श्री वाहिगुरु साहिब जी सवैया करना गुर जात सदा सुख दा मन केर विकार करो हरना। भाई संतोख सिंह जी कहते ने मन दे विच हमेशा विकारां नूं दूर करना चाहिए है, अपनी दृष्टि नूं बाहर जाण तो रोकना चाहिए है, सुरत एकमिक करके गुरु का नाम जपना चाहिए है अते हमेशा गुरु तो मेहर मंगनी चाहिए है। हरता भजनो भाव को करता महिमा गुणिए पैरो सरना। महाराज जी कहते ने जेड़े मनुख हरि का भजन नहीं करते भाव को करता जेड़ा इस दुनिया का राजा है परमात्मा है उहदी महिमा नूं गुण के परे हो शरणा फिर सानू उहदी शरण दे विच पैना चाहिए है। शरणा मन आन अहंकार तजो
फिर होत नहीं तन मैं तरुना। ਇਸ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਮਨੁੱਖ ਪੈ ਜਾਂਦਾ ਹੈ, ਉਹ ਸਥਿਰ ਹੋ ਜਾਂਦਾ ਹੈ ਅਤੇ ਮਨ ਦੇ ਵਿੱਚੋਂ ਹੰਕਾਰ ਨੂੰ ਛੱਡ ਦਿੰਦਾ ਹੈ। ਤਰਨਾ ਜਗ ਸਿੰਧ ਸੁਖੈਨ ਚਹੋ, ਕਹਿ ਨਾ ਲਖ ਬਾਦ ਬਹੁ ਕਰਨਾ। ਜੇ ਤੁਸੀਂ ਜਗਤ ਰੂਪ ਸੰਸਾਰ ਸਮੁੰਦਰ ਨੂੰ ਸੌਖੀ ਤਰਨਾ ਚਾਹੁੰਦੇ ਹੋ, ਜੇ ਇਹਨੂੰ ਤਰਨਾ ਚਾਹੁੰਦੇ ਹੋ, ਫਿਰ ਕਹਿਣ ਮਾਤਰ ਨਹੀਂ, ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਸਿਰਫ ਕਹਿਣ ਤੇ ਹੀ ਨਹੀਂ ਸੀਮਿਤ ਰਹਿਣਾ ਚਾਹੀਦਾ, ਕਿਉਂਕਿ ਕਹਿਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਵਾਹਿਗੁਰੂ ਦੀ ਮਿਹਰ, ਵਾਹਿਗੁਰੂ ਦੀ ਜਦੋਂ ਅਸੀਂ ਅਦੁੱਤੀ ਸ਼ਕਤੀ ਪ੍ਰਾਪਤ ਕਰਨੀ ਹੈ, ਜਦੋਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ, ਉਹਦੇ ਲਈ ਮਨੁੱਖ ਨੂੰ ਹਮੇਸ਼ਾ ਦਿਨ ਰਾਤ ਉਹਦੀ ਬੰਦਗੀ, ਉਹਦੀ ਮਹਿਮਾ ਕਰਦੇ ਰਹਿਣਾ ਚਾਹੀਦਾ ਹੈ। ਦੋਹਰਾ ਸ਼੍ਰੀ ਗੁਰ ਦਰਸ਼ਨ ਦੇਵਹੀ, ਸ਼ਾਂਤ ਰੂਪ ਘਨ ਗਿਆਨ। ਗੁਰੂ ਜੀ ਸ਼ਾਂਤ ਰੂਪ ਹਨ ਅਤੇ ਗੁਰੂ ਜੀ ਗਿਆਨ ਦੇ ਭੰਡਾਰ ਹਨ। ਮਹਾਰਾਜ ਜੀ ਗਿਆਨ ਦੇ ਭੰਡਾਰ ਸਤਿਗੁਰੂ ਦਰਸ਼ਨ ਦੇ ਰਹੇ ਹਨ। ਤੇ ਛਿਨ ਆਏ ਸੁਧਾਰਨਾ, ਬੋਲਿਓ ਬੰਦੇ ਪਾਨ। ਉਸੇ ਸਮੇਂ ਮਹਾਰਾਜ ਜੀ ਕੋਲ ਸਾਧਾਰਨ ਨਾਮ ਦਾ ਭਾਈ ਸਾਧਾਰਨ ਸਿੱਖ ਹੈ। ਇਹ ਸਿੱਖ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚਲੇ ਗਏ, ਮਹਾਰਾਜ ਜੀ ਤੋਂ ਛੁੱਟੀਆਂ ਲੈ ਕੇ ਮਹਾਰਾਜ ਜੀ ਨੇ ਵਿਦਾ ਕੀਤਾ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ, ਉਦੋਂ ਫਿਰ ਇਹ ਭਾਈ ਸਾਧਾਰਨ ਸੀ, ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ ਕਰਦਾ ਸੀ। ਭਾਈ ਸਾਧਾਰਨ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਸਨ, ਭਾਈ ਸਾਧਾਰਨ ਹੁਣ ਆ ਕੇ ਹੱਥ ਜੋੜ ਕੇ ਗੁਰੂ ਜੀ ਨੂੰ ਕਹਿੰਦਾ ਹੈ, ਚੌਪਈ ਚੰਦਨ ਮ੍ਰਿਗਮੰਦ ਸਕਲ ਕਸਾਏ, ਭਲੀ ਭਾਂਤ ਘਰ ਕੋ ਛਿਰਕਾਏ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਚੰਦਨ ਕਸਤੂਰੀ ਇਹ ਸਾਰੀਆਂ ਵਸਤੂਆਂ ਦਾ ਬੜੀ ਚੰਗੀ ਤਰ੍ਹਾਂ ਲੇਪ ਕਰ ਦਿੱਤਾ ਹੈ ਅਤੇ ਘਰ ਦੇ ਵਿੱਚ ਸਾਰੀ ਚੀਜ਼ਾਂ ਦਾ ਛਿੜਕਾਅ ਵੀ ਕਰ ਦਿੱਤਾ ਹੈ। ਸਗਰੋ ਅਜਰ ਸੋ ਲੀਪ ਬਣਾਇਓ, ਸਭ ਸੁਗੰਧ ਨੀਕੇ ਮਹਿਕਾਇਓ। ਮਹਾਰਾਜ ਜੀ ਬੜੇ ਸੁਗੰਧੀ ਉੱਥੇ ਲਗਾ ਦਿੱਤੀ ਹੈ, ਪੂਰੇ ਘਰ ਦਾ ਲੇਪ ਕੀਤਾ ਹੈ, ਚੰਗੀ ਤਰ੍ਹਾਂ ਘਰ ਨੂੰ ਲੀਪ ਦਿੱਤਾ ਹੈ, ਕਿਉਂਕਿ ਮਹਾਰਾਜ ਜੀ ਕਹਿ ਰਹੇ ਨੇ ਅਸੀਂ ਹੁਣ ਚਲੇ ਜਾਣਾ ਤੇ ਮਹਾਰਾਜ ਜੀ ਨੇ ਕਿਹਾ ਇਸ ਕਰਕੇ ਇੱਥੋਂ ਦੀ ਸਫਾਈ ਕਰੋ ਸਾਰੀ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਬੜੀ ਚੰਗੀ ਤਰ੍ਹਾਂ ਸਾਰੇ ਵਿਹੜੇ ਵਿੱਚ ਪੋਚਾ ਫੇਰਿਆ ਤੇ ਬੜੀਆਂ ਸੁਗੰਧੀਆਂ ਦੇ ਨਾਲ ਸਾਰਾ ਘਰ ਹੁਣ ਮਹਿਕ ਰਿਹਾ ਹੈ। ਰਾਵਰ ਕੀ ਰਜਾਏ ਜੇ ਖਾਈ, ਤਹਾਂ ਮ੍ਰਿਤਲ ਬਹੁ ਕੁਸਾਂ ਡਸਾਈ। ਮਹਾਰਾਜ ਜੀ ਜਿੱਥੇ ਤੁਹਾਡਾ ਹੁਕਮ ਹੋਇਆ ਸੀ ਉਸ ਥਾਂ ਤੇ ਮੈਂ ਬੜੀ ਚੰਗੇ ਤਰੀਕੇ ਦੇ ਨਾਲ ਕੁਸ਼ਾ ਵਿਛਾ ਦਿੱਤੀ ਹੈ। ਭਾਵ ਜਿਹੜਾ ਦੱਬ ਹੈ ਉਹਨੂੰ ਬੜੀ ਚੰਗੀ ਤਰ੍ਹਾਂ, ਜਿਵੇਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਉੱਥੋਂ ਦੀ ਜਗ੍ਹਾ ਨੂੰ ਸਾਫ਼ ਕਰ ਦਿੱਤਾ ਜਾਂਦਾ ਹੈ। ਮਹਾਰਾਜ ਜੀ ਬੜੇ ਤਰੀਕੇ ਦੇ ਨਾਲ ਮੈਂ ਉਹਨੂੰ ਸਾਫ਼ ਕਰ ਦਿੱਤਾ ਹੈ। ਬਸ ਕਹਿਤਿਓ ਗਦ ਗਦ ਭੀ ਬਾਨੀ, ਲੋਚਨ ਤੇ ਜਲ ਧਾਰ ਚਲਾਨੀ। ਇੰਨੀ ਗੱਲ ਉਹਨੇ ਕਹਿ ਦੇ ਦਿੱਤੀ, ਪਰ ਕਹਿੰਦਿਆਂ ਰੋ ਪਿਆ। ਸ਼ਬਦ ਨਹੀਂ ਨਿਕਲਦੇ ਵੀ ਆਪਣੇ ਗੁਰੂ ਨੂੰ, ਆਪਣੇ ਗੁਰੂ ਦੀ ਸੇਜ ਆਪਣੇ ਹੱਥੀਂ ਤਿਆਰ ਕਰ ਰਹੇ ਆ, ਵੀ ਜਿਹੜੇ ਗੁਰੂ ਸਾਹਿਬ ਦੇ ਕੋਲ ਇੰਨੇ ਸਮਾਂ ਰਹੀ ਹੋਈਏ, ਉਹਨਾਂ ਦੇ ਹੁਣ ਜਾਣ ਦਾ ਸਮਾਂ ਹੋਏ। ਕਹਿੰਦੇ ਭਾਈ ਸੀ ਜਿਹੜਾ ਭਾਈ ਸਾਧਾਰਨ, ਉਹ ਬੜਾ ਰੋ ਪਿਆ, ਗਲਾ ਰੁਕ ਆਇਆ, ਅੱਗੇ ਬਾਣੀ ਨਹੀਂ ਬੋਲੀ ਜਾਂਦੀ ਵੀ ਸਾਹਿਬ ਜੀ ਮੈਂ ਹੁਣ ਕਿਸ ਤਰ੍ਹਾਂ ਕਹਾਂ ਵੀ ਮੈਂ ਦੱਬ ਨੂੰ ਵਿਛਾ ਦਿੱਤਾ ਤੇ ਤੁਸੀਂ ਉਹਦੇ ਉੱਤੇ ਜਾ ਕੇ ਲੰਮੇ ਪੈ ਜਾਓ। ਕੇਤਕ ਸਿੱਖ ਤਬ ਠਾਂਡੇ ਦਰਸੈ, ਬੈਠੇ ਕੇਤਕ ਦਰਸ਼ਨ ਪਰਸੈ। ਕਈ ਸਿੱਖ ਖੜੋ ਕੇ ਦਰਸ਼ਨ ਕਰ ਰਹੇ ਸਨ, ਮਹਾਰਾਜ ਜੀ ਬੈਠੇ ਨੇ, ਕਈ ਬੈਠ ਕੇ ਮਹਾਰਾਜ ਜੀ ਦੇ ਉੱਥੇ ਬੈਠੇ ਨੇ, ਬੈਠਿਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਸੁਣ ਕੇ ਸਭ ਹਨ ਕਰੁਣਾ ਨਾ ਖਾਨੀ, ਛੂਟਤ ਭਇਓ ਦ੍ਰਿਗ ਤੇ ਬਹੁ ਕਾਨੀ। ਜਦੋਂ ਇਸ ਪ੍ਰਕਾਰ ਦੀ ਗੱਲ ਦੇਖੀ ਵੀ ਸਾਹਿਬ ਜੀ ਮਹਾਰਾਜ ਜੀ ਨੇ ਦੱਬ ਨੂੰ ਵਿਛਵਾ ਲਿਆ, ਬੜੇ ਸਾਰਿਆਂ ਦੀ ਜਿਹੜੀ ਬਾਣੀ ਵਿਰਾਗਮਈ ਹੋ ਗਈ, ਬੋਲਿਆ ਨਹੀਂ ਜਾਂਦਾ।
ਅੱਖਾਂ ਤੋਂ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਇਸ ਸਮੇਂ ਹੰਝੂ ਵਗ ਰਹੇ ਨੇ ਵੀ ਕਿਵੇਂ ਹੁਣ ਕਹੀਏ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਹੁਣ ਇਸ ਦੁਨੀਆ ਤੋਂ ਚਲੇ ਜਾਣਾ ਹੈ। ਜਨ ਕਰਨਾ ਰਸ ਬਹੁਤ ਸਰੀਰਾ, ਧਰੇ ਬੇਸੂਰਤ ਹੋਏ ਅਧੀਰਾ। ਜਿੰਨੇ ਵੀ ਉੱਥੇ ਸਿੱਖ ਖੜੇ ਸਨ, ਸਾਰਿਆਂ ਨੇ ਆਪਣਾ ਧੀਰਜ ਖੋ ਲਿਆ, ਸਾਰੇ ਵਿਰਾਗਮਈ ਹੋ ਗਏ, ਕਿਉਂਕਿ ਗੁਰੂ ਸਾਹਿਬ ਜੀ ਦਾ ਵਿਛੋੜਾ ਪਿਆਰ ਕਰਨ ਵਾਲੇ ਸਿੱਖ ਸਹਿ ਨਹੀਂ ਸਨ ਸਕਦੇ। ਗੁਰੂ ਗਿਆਨ ਘਨ ਪਿਖ ਸਭ ਤਾਈ, ਸ੍ਰੀ ਮੁਖ ਤੇ ਮ੍ਰਿਤ ਗਿਰਾ ਇਲਾਈ। ਗਿਆਨ ਦੇ ਸਾਗਰ ਮਹਾਰਾਜ ਜੀ ਸਾਰਿਆਂ ਵੱਲ ਵੇਖ ਕੇ, ਗਿਆਨ ਦੇ ਭੰਡਾਰ ਸਾਹਿਬ ਜੀ ਸਾਰਿਆਂ ਵੱਲ ਤੱਕਿਆ, ਵੇਖਦੇ ਨੇ ਸਾਰੇ ਹੀ ਵਿਰਾਗਮਈ ਹੋ ਗਏ ਨੇ। ਇਹ ਮੇਰੇ ਜਾਣ ਨੂੰ ਵੇਖ ਕੇ ਇੰਨੇ ਵਿਰਾਗਮਈ ਹੋ ਗਏ, ਬੜਾ ਪਿਆਰ ਕਰਦੇ ਨੇ, ਸਾਰਿਆਂ ਦੇ ਅੱਥਰੂ ਆ ਰਹੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਮੁਖ ਤੋਂ ਮਹਾਰਾਜ ਜੀ ਨੇ ਸ਼ਬਦ ਕਹੇ ਹਨ, ਤਨ ਸਨੇਹ ਸਭ ਝੂਠ ਜਨ, ਕਿਉਂ ਬੇਖਾਕ ਏਤੋ ਮਨ ਠਨ। ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਸਰੀਰ ਦਾ ਮੋਹ ਹੈ ਇਹ ਤੇ ਸਾਰਾ ਝੂਠ ਹੈ। ਸਰੀਰ ਤੇ ਅੱਜ ਹੈ, ਕੱਲ ਨਹੀਂ ਹੋਏਗਾ। ਇਹ ਸਰੀਰ ਦੇ ਮੋਹ ਨੂੰ ਨਾ ਵੇਖੋ, ਸਰੀਰ ਤੇ ਝੂਠ ਹੈ, ਇਹਦੇ ਮੋਹ ਵਿੱਚ ਫਸ ਕੇ ਤੁਸੀਂ ਰੋਵੋ ਨਾ। ਦੇਹ ਮਿਲਨ ਵਿਚਰਨ ਇਸ ਭਾਂਤੀ, ਹੋਤ ਦਿਵਸ ਪੁਨ ਆਵਹਿ ਰਾਤੀ। ਮਹਾਰਾਜ ਜੀ ਕਹਿੰਦੇ ਨੇ ਭਾਈ ਐਵੇਂ ਸਮਝੋ ਜਿਵੇਂ ਦਿਨ ਹੁੰਦਾ ਹੈ ਫਿਰ ਰਾਤ ਹੁੰਦੀ ਹੈ, ਇਹ ਦੇਹ ਵੀ ਇਵੇਂ ਹੈ। ਇਹ ਸਮਝੋ ਇਹ ਦਿਨ ਚੜਿਆ ਹੋਇਆ, ਇੱਕ ਦਿਨ ਇਹਨੇ ਜਾਣਾ। ਇਹ ਕੋਈ ਮੇਰੇ ਇਕੱਲੇ ਨਾਲ ਨਹੀਂ, ਇਹ ਤਾਂ ਸਭ ਨਾਲ ਵਾਪਰਨਾ ਹੈ। ਇਹਦੇ ਜਿੰਨੀ ਦੁਨੀਆ ਇੱਥੇ ਆਈ ਹੈ ਸਭਨਾ ਸਹੁਰੇ ਵੰਜਣਾ ਸਮ ਕੁਲਾਵਨਹਾਰ। ਜਿਵੇਂ ਐਵੇਂ ਵੇਖੋ ਇੱਕ ਬੀਬੀ ਹੈ ਜਿਹੜੀ ਇੱਕ ਲੜਕੀ ਹੈ, ਉਹਨੇ ਆਪਣੇ ਸਹੁਰੇ ਘਰੀ ਜਾਣਾ ਹੀ ਹੁੰਦਾ ਹੈ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਮਰਨ ਲਖਾਏ ਮੰਡਲ ਮਹਿ ਆਏ। ਇਹ ਸਰੀਰ ਦੀ ਇੱਕ ਮਰਿਆਦਾ ਹੈ, ਪਰ ਗੱਲ ਇਹ ਹੈ ਇਹ ਸਰੀਰ ਜਾਏਗਾ ਕਿੱਥੇ। ਗੱਲ ਤੇ ਇਹ ਹੈ ਸਰੀਰ ਨੇ ਤੇ ਕਿਤੇ ਨਹੀਂ ਜਾਣਾ। ਸਰੀਰ ਦਾ ਸੰਸਕਾਰ ਤੇ ਅਸੀਂ ਆਪਣੇ ਕਈਆਂ ਦਾ ਆਪਣੇ ਹੱਥੀਂ ਕੀਤਾ ਹੋਏਗਾ, ਸਰੀਰ ਤੇ ਨਹੀਂ ਜਾਂਦਾ, ਫਿਰ ਮਰਦਾ ਕੌਣ ਹੈ? ਸਰੀਰ ਤੇ ਪਿਆ ਰਹਿੰਦਾ ਹੈ। ਉਹ ਜਿਹੜਾ ਸਰੀਰ ਦੇ ਅੰਦਰ ਹੈ ਉਹ ਨਹੀਂ ਰਹਿੰਦਾ। ਮੇਨ ਚੀਜ਼ ਉਹੀ ਹੈ ਜਿਹਦੇ ਨਾਲ ਅਸੀਂ ਜਿਹਨੂੰ ਕਹਿੰਦੇ ਆ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਪਿਆਰ ਸਰੀਰ ਨੂੰ ਨਹੀਂ, ਉਹਨੂੰ ਜਿਹੜਾ ਵਿੱਚ ਹੈ ਉਹਨੇ ਚਲੇ ਜਾਣਾ ਹੈ ਸਾਡੇ ਕੋਲ। ਸਰੀਰ ਫਿਰ ਉਹ ਸਰੀਰ ਬੋਲਦਾ ਨਹੀਂ, ਦੁਨੀਆ ਉਹਨੂੰ ਆਵਾਜ਼ ਲਗਾਉਂਦੀ ਹੈ, ਬੋਲਦਾ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਭਾਈ ਮੇਰੇ ਸਰੀਰ ਨੂੰ ਵੇਖ ਕੇ ਨਾ ਰੋ, ਇਹ ਸਰੀਰ ਤੇ ਦੁਨੀਆ ਤੋਂ ਜਾਣਾ ਹੀ ਜਾਣਾ ਹੈ। ਜੇ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਸ਼ਬਦ ਦੇ ਨਾਲ ਜੁੜੇ ਰਹਿੰਦੇ ਨੇ, ਉਹ ਸਦਾ ਹੀ ਪਰਮੇਸ਼ਰ ਦੇ ਰੰਗ ਵਿੱਚ ਲੱਗੇ ਰਹਿੰਦੇ ਨੇ। ਇਸ ਕਰਕੇ ਸਰੀਰ ਦਾ ਪ੍ਰੇਮ ਨਾ ਵੇਖੋ, ਸਰੀਰ ਦੇ ਪ੍ਰੇਮ ਨੂੰ ਤਿਆਗਣਾ ਕਰੋ। ਤੇ ਨਹਿ ਵਿਚਰੈ ਬਹੁਤ ਕਤਾਈ, ਜਿਉ ਨੀਰ ਹੈ ਮੈਂ ਨੀਰ ਸਮਾਈ। ਇਸ ਕਰਕੇ ਜਿਹੜਾ ਅੰਦਰ ਸੂਖਸ਼ਮ ਸਰੀਰ ਹੈ ਉਹ ਨਹੀਂ ਕਦੀ ਵਿੰਸਦਾ। ਉਹ ਤੇ ਐਵੇਂ ਸਮਝੋ ਜਿਵੇਂ ਜਲ ਦੇ ਅੰਦਰ ਜਲ ਸਮਾ ਜਾਂਦਾ ਹੈ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ ਤੇ ਜਿਹੜੀ ਆਤਮਾ ਹੁੰਦੀ ਹੈ ਉਹ ਤੇ ਖੁਦ ਪਰਮੇਸ਼ਰ ਨਾਲ ਮਿਲੇ ਹੁੰਦੇ ਨੇ, ਉਹਦੇ ਜਿਉਂਦਿਆਂ ਹੀ ਮਿਲੇ ਹੁੰਦੇ ਨੇ। ਸਰੀਰ ਦਾ ਕੀ ਹੈ, ਸਰੀਰ ਤੇ ਜਾਣਾ ਹੀ ਹੁੰਦਾ ਹੈ। ਇਸ ਕਰਕੇ ਉਹਨਾਂ ਦੇ ਰੋਣ ਤੇ ਜਾਣ ਤੇ ਰੋਣਾ ਨਹੀਂ ਚਾਹੀਦਾ। ਆ ਮਸ਼ੀਨ ਬੰਦ ਕਰ ਦਿਓ। ਉਹ ਕਹਿੰਦੇ ਨੇ ਜਿਵੇਂ ਆਪਾਂ ਵੇਖਦੇ ਹਾਂ ਕਬੀਰ ਸਾਹਿਬ ਜੀ ਦਾ ਇਹ ਵਚਨ ਹੈ, ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਹ ਸਾਕਤ ਵਾਪਰੇ ਜੋ ਹਾਟੈ ਹਾਟ ਬਿਟਾਏ। ਸੰਤ ਦੇ ਜਾਣ ਤੇ ਕੀ ਰੋਣਾ ਚਾਹੀਦਾ? ਕਿਉਂ? ਸੰਤ ਨੇ ਕਿਹੜਾ ਦੁਨੀਆ ਵਿੱਚ ਕੋਈ ਗਲਤ ਕਰਮ ਕੀਤਾ ਹੁੰਦਾ? ਉਹਨੇ ਤੇ ਆਪਣੇ ਘਰ ਜਾਣਾ, ਸਗੋਂ ਖੁਸ਼ ਹੁੰਦਾ ਹੈ। ਕਹਿੰਦੇ ਭਾਵੇਂ ਕਿ ਕਬੀਰ ਸਾਹਿਬ ਜੀ ਦਾ ਇਹ ਵਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਬੀਜਕ ਨਾਮ ਦੇ ਗ੍ਰੰਥ ਦੇ ਵਿੱਚ ਹੈ। ਉਹ ਕਹਿੰਦੇ ਕਬੀਰ ਜਬ ਹਮ ਆਏ ਜਗਤ ਮੇਂ
जग हसा हम रोए, ऐसी करनी कर चलो हम हसे जग रोए। कहते जिदन असी आए सी जगत हसिया सी, असी रोए सी, ऐसी करनी कर चलीए असी हसांगे जगत रोएगा। इन्नी बंदगी कर चलीए, इन्नी भजन बंदगी कर चलीए, इन्ना रब का नाल करके जाइए, इन्ना रब का नां जपी, इन्ना भला करिए दुनिया का, इन्ना नां जपाइए, इन्नियां रब दीयां बातां करिए दुनिया को, इन्ना गुरु के नाल जुड़िए, इन्ना भजन का प्रकाश करिए दुनिया के ये जाना नहीं सी चाहिए, ये ठीक नहीं होया, ये जाना नहीं सी चाहिए। बहुतात दे विच हुंदा है मनुख दुनिया तो जाते हैं, कई कहते हैं बड़ा चंगा होया चला गया, पर ऐसी करनी करो, ऐसी करनी करके जाइए दुनिया तो इन्ना उच्चे उठ के जीए, गुरु दे सन्मुख इन्ना गुरु नाल प्यार करिए, इन्ना गुरु दे वचन मनिए, जिस दिन जिंदगी तो जाइए दुनिया के जाना नहीं सी चाहिए। साहब श्री महाराज जी कह रहे हैं भाई, इस करके जेड़े मनुख शब्द के नाल जुड़ जाते हैं वो कदे भी मरदे नहीं हन। मुझसो मिलने की जेह चाही, सदा विछुरनो भाव है नाही। महाराज जी कहते जेड़े मैनू मिलना चाहते हैं वो शब्द जपन। गुरु नानक साहब जी का तरीका दसते हैं, कहते जेड़े मैनू मिलना चाहते हैं, जे मेरे तो कुछ प्राप्त करना चाहते हो तो शब्द नूं जीपन, वो वाहेगुरु के नाम नूं जपना करन, क्योंकि जेड़े मनुख शब्द नाल जुड़ जाते हैं वो शरीरां नाल नहीं जुड़िया करते। जो सो नर शब्द करे अभ्यासे, श्रवण मनन नित प्रत नित यासे। वाहेगुरु का जेड़े शब्द जपते हैं मनुख दिन प्रतिदिन अभ्यास करी जाते हैं, मनी जाते हैं, अभ्यास करदियां करदियां सुरत बड़ी अगे निकल जाती है, अभ्यास करदियां करदियां मन उच्चा चुकना हो जाता है, क्योंकि मैल कट्टी जाती है, सुरत दुनिया के होर चीज़ों को वेखण लग जाती है, सुरत गांह चली जाती है, सुरत नूं सोझी लगती है भी असल सच्चाई है कि हजे तक सच्चाई का मालूम नहीं। दुनिया के विच ज्ञानी उन्होंने भी कहा जाता जिन्होंने बाहरी ज्ञान है, किसी तो पैसा लेना किवें देना, एक यो ज्ञानी ने, एक वो ज्ञानी जिन्होंने आत्मा का ज्ञान हो जाए, आत्मा की है, जन्म मरण की है। निरसंदेह मिले मुझ संगा, बहुर न बिचुरै हुए एक रंगा। महाराज साहब जी गुरु नानक साहब सिखा कह रहे हैं, भाई सिखो एक गल याद रखना, जेड़े मनुख शब्द नूं जपणगे, वाहेगुरु के नाम नाल जपणगे, वो जिंदगी दे विच शरीर त्याग भी देणगे, कभी मेरे तो विछड़नगे नहीं, मेरे तो उन्हां दा विछोड़ा कदे नहीं होया, शरीर भी छड्ड देणगे, शरीर छड्ड के भी कभी उन्हां दा विछोड़ा नहीं होवेगा। ताते तुम अब तजो बिखाता, गावो शब्द करो अहलाता। इस करके भाई तुसीं रो ना, शब्द गायन करो, आनंद दे शब्द गायन करो, आनंद लवो। मैं किते नहीं जाना, इत्थे ही तो मैं, गुरु चला थोड़ी ना जाता कि, गुरु तो इत्थे रहिंदा है। महाराज कहते ने ना वो मरह ना ठागे जाहे, मरदे नहीं, ब्रह्म ज्ञानी सद जीव है नहीं मरता। अज भी कोई गुरु नानक साहब जी ने ना अज भी कोई शरधा भावना नाल कहे कि महाराज मैनू कोई स्वरूप विखाओ, अज भी विखा देंगे, ये कोई अतकथनियां नहीं, क्योंकि सद जीव है नहीं मरता, सदा जिउंदे। गुरु तेग बहादुर जी महाराज इस पावन धरती से अज भी कोई गुरु तेग बहादुर साहब जी को कहे, पर गल मैं फिर आप जी के सामने कई बार कही है, साध संगत जी गल प्यार दी है, गल शरधा दी है, गल सत्कार दी है, किन्नी क सुरत गांह जाती, किन्ना क प्यार है, गल प्यार दी है। ज्यों ज्यों प्यार वधी जाता है, गुरु मनुख के अंग संग ही रहिंदे, नेड़े नेड़े रहिंदा, प्यार की गल है। गुरु तो अपने सिख का मुरझाया होया चेहरा नहीं वेख्या जाता, एडा प्यार होंदा है गुरु का। जे कोई गुरु का सिख है जो किसी मुश्किल में है, गुरु तो सहन नहीं होंदा। इन्ना मैं आप जी को बेनती कर रहा सी, साढ़े इतने सिंह आते हैं, चलो उन्होंने मैंने क्या नहीं दसना, उन्होंने कोई समान भी चोरी हो गया, 2 दिन वाहवा
ਰਹੇ ਬੜੀ ਮੁਸ਼ਕਲ ਜੀ ਦੇ ਵਿੱਚ। ਬਾਬਾ ਜੀ ਕੀ ਕਰਾਂਗੇ, ਵਾਹਵਾ ਸਮਾਨ ਵੀ ਜ਼ਿਆਦਾ ਸੀ। ਮੈਂ ਕੋਈ ਗੱਲ ਨਹੀਂ, ਏਡੇ ਵੱਡੇ ਦਰ ਤੇ ਤੁਸੀਂ ਇੱਥੇ ਸੇਵਾ ਕਰਦੇ ਜੇ, ਤੁਹਾਡੀ ਦਿਨ ਰਾਤ ਦੀ ਸੇਵਾ ਹੈ, ਤੁਸੀਂ ਬੇਨਤੀ ਕਰੋ, ਉਹਦੇ ਬੇਨਤੀਆਂ ਨਾਲ ਮਿਲ ਜਾਂਦਾ, ਸਭ ਕੁਝ ਮਿਲਦਾ ਭਾਈ, ਬੇਨਤੀ ਨਾਲ ਕੀ ਨਹੀਂ ਮਿਲਦਾ। ਚਲੋ ਨਾ 2-3 ਦਿਨ ਇੱਥੇ ਅਰਦਾਸ ਕਰਦੇ ਰਹੇ, ਉਹ ਸਮਾਨ ਜਿਹਨੇ ਲਿਆ ਆਪਣੇ ਆਪ ਹੀ ਦੇ ਗਿਆ। ਇਹ ਪ੍ਰੇਮ ਦੀ ਗੱਲ ਹੈ, ਪਿਆਰ ਦੀ। ਉਹ 2 ਕੁ ਦਿਨ ਬੜਾ ਮੁਰਝਾਇਆ ਚਿਹਰਾ, ਮੈਂ ਐਵੇਂ ਨਾ ਕਰੋ, ਇਹ ਸੇਵਾ ਕਰਦੇ ਜੇ ਵੇਖਿਆ ਨਹੀਂ ਜਾਣਾ ਗੁਰੂ। ਇਹ ਸੇਵਾ ਦੀ ਗੱਲ ਹੈ, ਗੁਰੂ ਨਹੀਂ ਵੇਖਦਾ, ਆਪਣੇ ਸੇਵਕਾਂ ਦਾ ਦੁੱਖ ਨਹੀਂ ਵੇਖਦਾ, ਗੱਲ ਪਿਆਰ ਦੀ ਹੈ। ਦੇਖੋ ਜਦੋਂ ਤੁਸੀਂ 2 ਮਨ ਹੋ ਕੇ ਬੰਦਾ ਸੇਵਾ ਕਰਦਾ ਨਾ, 2 ਮਨ ਹੋ ਕੇ, ਉਦੋਂ ਤਾਂ ਹੀ ਨਹੀਂ ਗੱਲ ਬਣਦੀ। ਸਮਰਪਣ ਕਰਦੇ, ਬਸ ਇੰਨਾ ਕਹਿ ਦੇ ਤੇਰੇ ਤੋਂ ਬਿਨਾ ਕੋਈ ਨਹੀਂ, ਬਸ ਫਿਰ ਬਣਦੀ ਹੈ। ਜਦੋਂ ਤੁਸੀਂ ਆਸ ਹੋਏ ਨਾ ਦੁਨੀਆ ਦੀ ਵੀ ਕੋਈ ਭਰਾ ਸਾਥ ਦੇਵੇਗਾ, ਜਦੋਂ ਤੁਸੀਂ ਆਸ ਹੋਏ ਕੋਈ ਦੁਨੀਆ ਦਾ ਕੋਈ ਮਿਨਿਸਟਰ, ਕੋਈ ਰਿਸ਼ਤੇਦਾਰ ਬੜੀ ਵੱਡੀ ਤਕੜੀ ਪੋਸਟ ਤੇ ਹੈ, ਉਹ ਸਾਥ ਦੇ ਦੇਗਾ, ਉਦੋਂ ਤਾਂ ਹੀ ਨਹੀਂ ਗੱਲ ਬਣਦੀ। ਉਦੋਂ ਤਾਂ ਹੀ ਤੇ ਮਹਾਰਾਜ ਕਹਿੰਦਾ ਹਜੇ ਤੈਨੂੰ ਆਸ ਹੈ। ਜਿਵੇਂ ਦ੍ਰੋਪਦੀ ਨੂੰ ਆਸ ਸੀ ਨਾ ਆਪਣੇ ਪਤੀ ਦੀ, ਨਾਲ ਆਪਣੇ ਗੁਰੂਆਂ ਦੀ ਆਸ ਸੀ, 3 ਨੰਬਰ ਤੇ ਆਇਆ ਰੱਬ ਉਹਦੀ ਮਦਦ ਆ। ਐਵੇਂ ਮਹਾਰਾਜ ਕਹਿੰਦੇ ਪੰਚਾਲੀ ਕੋ ਰਾਜ ਸਭਾ ਹੈ, ਮੈਂ ਪੰਚਾਲੀ ਨੂੰ ਰਾਜ ਸਭਾ ਦੇ ਵਿੱਚ ਨਾਰਾਇਣ ਦੀ ਸੁਧ ਆਈ ਤੇ ਰੱਬ ਨੇ ਉਹਦੀ ਮਦਦ ਕੀਤੀ। ਇਹ ਰੱਬ ਮਦਦਾਂ ਕਰਦਾ ਹੈ। ਗੱਲ ਇਹ ਹੈ 2 ਮਨ ਨਾ ਹੋਵੇ, 1 ਮਨ। ਇਹ ਮਨ ਹਰ ਜੀ ਧਿਆਏ ਤੂੰ, 1 ਮਨ, 1 ਚਿੱਤ ਮਨ, 1 ਮਨ, 2 ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਭਾਈ ਅਸੀਂ ਕਿਹੜਾ ਕਿਤੇ ਜਾਣਾ ਹੈ, ਸਿੱਖੋ ਰੋ ਕਿਉਂ ਰਹੇ ਹੋ, ਰੋਣਾ ਤੁਹਾਡਾ ਠੀਕ ਨਹੀਂ। ਅਸੀਂ ਕਿਤੇ ਜਾਣਾ ਨਹੀਂ, ਅਸੀਂ ਤੇ ਹਮੇਸ਼ਾ ਅੱਜ ਨਹੀਂ, ਆ ਤੂੰ ਕਿੰਨੇ ਹਜ਼ਾਰਾਂ ਸਾਲ ਤੇ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਅਸੀਂ ਜਾਣਾ ਥੋੜੀ ਨਾ, ਅਸੀਂ ਇੱਥੇ ਰਹਿਣਾ ਹੈ। ਤੇ ਸਿੱਖਾਂ ਆ, ਜੇ ਬਾਬਾ ਨਾਨਕ ਸਿੰਘ ਜੀ ਨੇ ਯਾਦ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚੇ, ਯਾਦ ਕੀਤਾ, ਉਹਨਾਂ ਦਰਸ਼ਨ ਦਿੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ। ਉਹਨਾਂ ਦੇ ਆਪਾਂ ਤੇ ਸੁਣਦੇ ਹੀ ਆ, ਸਾਡੇ ਸਾਹਮਣੇ। ਅੱਜ ਵੀ ਕੋਈ ਧੰਨ ਗੁਰੂ ਨਾਨਕ ਕਹਿ ਕੇ ਰੱਟ ਲੈ ਕੇ ਬਹਿ ਜਾਏਗਾ, ਗੁਰੂ ਦਰਸ਼ਨ ਦੇਏਗਾ ਗੁਰੂ ਨੇ। ਪਰ ਗੱਲ ਇਹ 1 ਮਨ 1 ਚਿੱਤ ਪਾਏ। ਤਰਲੋਚਨ ਜੀ ਨੇ ਦਿੱਤਾ ਤੇ ਪੱਥਰ ਆਪ ਹੀ ਸੀ, ਪੱਥਰ ਵੀ ਆਪ ਦਿੱਤਾ, ਪਰ ਆਪ ਉੱਤੇ ਵਿਸ਼ਵਾਸ ਨਹੀਂ ਸੀ। ਜਿਹਨੂੰ ਦਿੱਤਾ ਉਹਦਾ ਵਿਸ਼ਵਾਸ ਹੀ ਸੀ, ਕਹਿੰਦਾ ਇਹਦੇ ਵਿੱਚ ਹੀ ਹੈ। ਉਹ ਪੱਥਰ ਰੱਖਿਆ ਤੇ ਜ਼ਰੂਰ ਸੀ, ਕਹਿੰਦੇ ਕਰਨਾ ਕੀ, ਕਹਿੰਦੇ ਪੱਥਰ ਅੱਗੇ ਰੱਖ ਲਈ, ਰੱਬ ਦਾ ਨਾਂ ਲਈ, ਇਹਦੇ ਵਿੱਚੋਂ ਰੱਬ ਪ੍ਰਗਟ ਹੋਏਗਾ। ਕਹਿੰਦੇ ਲੈਣਾ, ਕਹਿੰਦੇ ਹਾਂ। ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ, ਇਹ ਵਿੱਚ ਸੁਣ ਕੇ ਜਾਟਰੋ ਉੱਠ ਭਗਤੀ ਲੱਗ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੰਡ ਭਾਗਾ। ਬਸ ਇੰਨਾ ਹੀ ਸੁਣਿਆ, ਦੂਜੀ ਗੱਲ ਨਹੀਂ ਸੁਣੀ। ਤਰਲੋਚਨ ਜੀ ਕਹਿੰਦੇ ਕੀ ਕਰਦਾ ਹੈ, ਕਹਿੰਦੇ ਤੂੰ ਇਹਦੇ ਸਾਹਮਣੇ ਬੈਠ ਕੇ ਰੱਬ ਦਾ ਨਾਂ ਲਈ, ਭਗਤੀ ਕਰੀ, ਇਹਦੇ ਵਿੱਚੋਂ ਰੱਬ ਪ੍ਰਗਟ ਹੋਏਗਾ। ਹੋ ਜਾਏਗਾ, ਹੋਏਗਾ, ਦੂਜੀ ਗੱਲ ਹੀ ਨਹੀਂ। ਭੋਲੇ ਭਾਏ ਮੁਲਿਆ ਰਗੁਰਾਇਆ, ਦੂਜੀ ਗੱਲ ਹੀ ਨਹੀਂ ਆਈ ਦਿਮਾਗ 'ਚ। ਆਮ ਮਨੁੱਖ ਹੁੰਦਾ ਤਰਕ ਕਰਦਾ, ਮਿਲ ਜਾਏਗਾ, ਕਿਵੇਂ ਮਿਲੇਗਾ, ਮੈਂ ਧਰ ਦਿੰਦਾ ਫਿਰ ਵੇਖਾਂਗਾ। ਨਹੀਂ ਮਿਲਦਾ ਹੈ, ਗੱਲ ਭੋਲੇ ਭਾਉ ਦੀ ਹੈ। ਜਿਵੇਂ ਕੋਈ ਇੱਥੋਂ ਗੁਟਕਾ ਸਾਹਿਬ ਲੈ ਜਾਏ, ਅਸੀਂ ਕਹਿ ਦਈਏ ਭਾਈ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਦੇ ਦਰਸ਼ਨ ਹੋਣਗੇ, ਭਾਵੇਂ ਸਾਨੂੰ ਨਹੀਂ ਹੋਏ, ਉਹਨੂੰ ਕਹਿ ਦਈਏ ਜਾ, ਜੇ ਉਹ 1 ਮਨ ਚਿੱਤ ਹੋ ਕੇ ਲੱਗ ਹੀ ਜਾਏ ਵੀ ਹੋਣਗੇ, ਮਿਲ ਜਾਏ, ਹੋਣਗੇ। ਇਹ ਕੋਈ ਵੱਡੀ ਗੱਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਥੋਂ ਕਰਤਾਰਪੁਰ ਸਾਹਿਬ ਬੈਠੇ, ਸਿੰਘਾਂ ਨੂੰ ਕਹਿ ਰਹੇ ਨੇ ਭਾਈ ਸਿੱਖੋ ਤੁਸੀਂ ਨਿਰਾਸ਼ ਨਾ ਹੋਵੋ, ਅਸੀਂ ਕਿਤੇ ਜਾਣਾ ਨਹੀਂ, ਅਸੀਂ ਤੇ ਸਦਾ ਹੀ ਤੁਹਾਡੇ ਕੋਲ ਰਹਿਣਾ ਹੈ। ਦ੍ਰਿਸ਼ਟਮਾਨ ਜੋ ਸਰਬ ਪਸਾਰਾ, ਨਾਸ਼ਵੰਤ ਸੋ ਲਿਹੋ ਵਿਚਾਰਾ। ਇਸ ਕਰਕੇ ਜਿੰਨੇ ਵੀ ਸਰੀਰ ਇੱਥੇ ਵਿਖ ਰਹੇ ਨੇ, ਹੁਣ ਮਹਾਰਾਜ ਇਹ ਦੱਸਣਗੇ ਵੀ ਕੀ ਕੀ ਨਾਸ਼ਵੰਤ ਹੈ। ਕਹਿੰਦੇ ਜੋ ਕੁਝ ਵੀ ਤੁਹਾਨੂੰ ਇੱਥੇ ਵਿਖ ਰਿਹਾ ਹੈ, ਇਹ ਸਭ ਕੁਝ ਨਾਸ਼ ਹੋਣ ਵਾਲਾ ਹੀ ਹੈ। ਹੋਤ ਵਿਪਰਜੈ ਥਿਰ ਨਾ ਰਹਾਈ, ਜਿਹ ਧਰੁਵ ਕਹਿਤ ਐ ਧਰੁਵ ਹਵੈ ਜਾਈ। ਮਹਾਰਾਜ ਜੀ ਕਹਿੰਦੇ ਕੁਝ ਵੀ ਇੱਥੇ ਸਥਿਰ ਨਹੀਂ ਰਹਿਣਾ, ਜੋ ਕੁਝ ਵੇਖ ਰਹੇ ਹੋ ਸਭ ਕੁਝ ਖਤਮ ਹੋ ਜਾਣਾ ਹੈ। ਸਸ ਸੂਰਜ ਪ੍ਰਕਾਸ਼ ਕਰਾਹੂ, ਕਾਲ ਪਾਏ ਤਿਨ ਹੋਏ ਅਪਾਹੂ। ਮਹਾਰਾਜ ਜੀ ਕਹਿੰਦੇ ਜਿੱਦੇ ਵੀ ਸੂਰਜ ਵੇਖ ਰਹੇ ਹੋ, ਚੰਦਰਮਾ ਵੇਖ ਰਹੇ ਹੋ, ਇਹ ਵੀ ਸਦੀਵੀ ਨਹੀਂ ਰਹਿਣਾ, ਇੱਕ ਦਿਨ ਨਾਸ਼ ਹੋਣਾ ਹੈ। ਇੱਕ ਦਿਨ ਇਹਨਾਂ ਨੂੰ ਵੀ ਕਾਲ ਨੇ ਖਾ ਜਾਣਾ ਹੈ। ਜੋ ਸੁਮੇਰ ਸਭ ਸੁਰਨ ਆਧਾਰਾ, ਛੈ ਹੋਵਤ ਤਿਨ ਲੱਗੈ ਨਾ ਬਾਰਾ। ਜਿਹੜਾ ਸੁਮੇਰ ਪਰਬਤ ਹੈ,
ਜਿੱਥੇ ਬੈਠ ਕੇ ਦੇਵਤੇ ਭਗਤੀ ਕਰਦੇ ਨੇ ਕਿ ਉਹ ਸਥਿਰ ਰਹੇਗਾ? ਨਹੀਂ। ਇੱਕ ਦਿਨ ਐਸਾ ਆਏਗਾ, ਸਾਡੀ ਤੇ ਗੱਲ ਕੀ ਹੈ, ਮਹਾਰਾਜ ਤਾਂ ਹੀ ਤੇ ਕਹਿੰਦੇ ਨੇ, ਕਹਿੰਦੇ ਮੈਨੂੰ ਅਚਰਜ ਤੇ ਇਸ ਗੱਲ ਦਾ ਹੈ, ਇੱਕ ਬਿਨਸੈ ਇੱਕ ਅਸਥਿਰ ਕਰ ਮਾਨੈ ਅਚਰਜ ਲਿਖਿਓ ਉਹਨਾਂ ਨੇ। ਕਮਾਲ ਤੇ ਇਸ ਗੱਲ ਦੀ ਹੋ ਗਈ। ਗਵਾਂਢੀ ਦੇ ਕੋਲ ਗਵਾਂਢੀ ਚਲਿਆ ਜਾਂਦਾ, ਇੱਕ ਦੂਜਾ ਗਵਾਂਢੀ ਖੁਸ਼ੀਆਂ ਮਨਾ ਰਿਹਾ ਕਿ ਮੈਂ ਕਿਹੜਾ ਜਾਣਾ। ਨਹੀਂ, ਐਸਾ ਨਹੀਂ ਹੈ। ਜੋ ਪਰੋਸੀ ਕੇ ਹੁਆ ਉਹ ਆਪਣੇ ਵੀ, ਉਹਨੇ ਵੀ ਸਰੀਰ ਕਰਕੇ ਦੁਨੀਆ ਤੋਂ ਸਾਰਿਆਂ ਜਾਣਾ ਹੈ, ਉਹ ਵੱਖਰੀ ਗੱਲ ਹੈ। ਆਤਮਿਕ ਦ੍ਰਿਸ਼ਟੀ ਤੋਂ ਬ੍ਰਹਮ ਗਿਆਨੀ ਜਾਂਦੇ, ਉਹ ਹਮੇਸ਼ਾ ਰਹਿੰਦੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਸੁਮੇਰ ਪਰਬਤ ਕਿੱਡਾ ਵੱਡਾ ਹੈ, ਇੱਕ ਦਿਨ ਉਸਨੇ ਵੀ ਇੱਥੋਂ ਚਲਿਆ ਜਾਣਾ ਹੈ, ਖਤਮ ਹੋ ਜਾਣਾ ਹੈ। ਧਰਨੀ ਜਲ ਸਾਗਰ ਗੰਭੀਰਾ, ਅਗਰ ਕਾਲ ਸੋ ਧਰੈ ਨਾ ਧੀਰਾ। ਇੱਕ ਦਿਨ ਐਸਾ ਆਏਗਾ, ਧਰਤੀ ਜਲ ਸਾਗਰ ਸਮੁੰਦਰ ਕਿੱਡੇ ਕਿੱਡੇ ਵੱਡੇ ਨੇ, ਜਿਸ ਦਿਨ ਕਾਲ ਇਹਨਾਂ ਦੇ ਸਾਹਮਣੇ ਆਏਗਾ, ਇਹਨਾਂ ਤੋਂ ਵੀ ਧੀਰਜ ਨਹੀਂ ਰੱਖਿਆ ਜਾਣਾ। ਕਾਲ ਨੇ ਧਰਤੀ ਨੂੰ ਵੀ ਖਾ ਜਾਣਾ ਹੈ, ਸਮੁੰਦਰ ਨੂੰ ਵੀ ਖਾ ਜਾਣਾ ਹੈ। ਪਾਵਕ ਪੌਨ ਪਰਾਕਰਮ ਯੁਕਤਾ, ਕਾਲ ਪਾਏ ਸੋ ਹੋਏ ਅਸਕਤਾ। ਅਗਲੀ ਅਗਨੀ ਹੈ, ਪੌਣ ਹੈ, ਇਹ ਵੀ ਬਲ ਸਹਿਤ ਨੇ, ਪਰ ਜਿਸ ਦਿਨ ਕਾਲ ਆਏਗਾ, ਕਾਲ ਨੇ ਇਹਨਾਂ ਦਾ ਵੀ ਬਲ ਨੂੰ ਨਿਰਬਲ ਕਰ ਦੇਣਾ ਹੈ। ਮਹਾਬਲੀ ਰਾਕਸ਼ ਜੇ ਰਾਜਾ, ਕਾਲ ਡੰਕ ਸਭ ਕੇ ਸਿਰ ਗਾਜਾ। ਮਹਾਰਾਜ ਕਹਿੰਦੇ ਮਹਾਬਲੀ ਜਿਹੜੇ ਰਾਖਸ਼ ਹੋਏ ਨੇ, ਹਰਨਾਕਸ਼ ਵਰਗੇ, ਕਿ ਉਹਨਾਂ ਨੂੰ ਕਾਲ ਨੇ ਨਹੀਂ ਖਾਧਾ। ਕਿੰਨੇ ਵੱਡੇ ਵੱਡੇ ਉਹ ਹੋਏ ਨੇ। ਮਹਾਰਾਜ ਤੇ ਬਾਣੀ ਕਹਿੰਦੇ ਰਾਮ ਗਿਓ, ਦੇਵਤੇ ਦਾ ਵੀ ਨਾਮ ਲਿਆ ਤੇ ਰਾਖਸ਼ ਦਾ ਵੀ ਲਿਆ। ਰਾਮ ਗਿਓ ਰਾਵਣ ਗਿਓ, ਜਾਕੋ ਹੋ ਪਰਵਾਰ, ਕਹੋ ਨਾਨਕ ਕੇ ਸਥਿਰ ਨਹੀਂ ਸੁਪਨੇ ਜਿਉ ਸੰਸਾਰ। ਜਿਵੇਂ ਸੁਪਨਾ ਹੁੰਦਾ ਨਾ, ਸੁਪਨਾ ਸਰੀਰ ਇਵੇਂ ਹੈ ਜਿਵੇਂ ਸੁਪਨਾ ਹੋਏ। ਜਦੋਂ ਇਹ ਸੁਪਨੇ ਦੇ ਵਿੱਚ ਸੁੱਤੇ ਹੋਈਏ ਨਾ, ਸੁਪਨਾ ਐਵੇਂ ਚੱਲਦਾ ਹੈ ਵੀ ਸੁਪਨੇ ਵਿੱਚ ਕੋਈ ਰਾਜਾ ਬਣ ਗਿਆ। ਹੁਣ ਸੁਪਨੇ ਵਿੱਚ ਹੀ ਬਣਿਆ, ਖੜਾ ਹੋਇਆ, ਵੇਖਿਆ ਨਾ ਮੈਂ ਤੇ ਮੰਜੀ ਤੇ ਹੀ ਹਾਂ, ਸੁਪਨਾ ਹੀ ਹੈ ਸਾਰਾ ਕੁਝ। ਇਹ ਦੁਨੀਆ ਵੀ ਇੱਕ ਤੇ ਉਹ ਸੁਪਨਾ ਵੇਖਿਆ, ਇੱਕ ਆਹ ਸੁਪਨਾ ਹੈ ਜਿਹੜਾ ਚੱਲ ਰਿਹਾ। ਇਹ ਸੁਪਨਾ ਵੀ ਇੱਕ ਦਿਨ ਟੁੱਟ ਜਾਣਾ। ਇੱਕ ਸੁਪਨਾ ਹੈ, ਸੁਪਨੇ ਵਿੱਚ ਹੀ ਕੋਈ ਮਾਂ ਬਣੀ ਬੈਠਾ ਹੈ, ਕੋਈ ਪਿਓ ਬਣੀ ਬੈਠਾ ਹੈ, ਇਹ ਮਮਤਾ ਵਿੱਚ ਲੱਗਿਆ ਹੋਇਆ। ਸੁਪਨੇ ਜਿਵੇਂ ਜਿਵੇਂ ਸੁਪਨੇ ਦੇ ਵਿੱਚ ਕੋਈ ਮਨੁੱਖ ਰਾਜਗੱਦੀ ਤੇ ਬਹਿ ਜਾਏ ਤੇ ਕਿ ਭਾਈ ਕੋਈ ਸੋਨਾ ਚੁੱਕ ਰਿਹਾ, ਚੁੱਕਣਾ ਇਹਨੂੰ, ਇਹ ਮੇਰਾ ਹੈ। ਸੁਪਨੇ ਵਿੱਚ ਹੀ ਹੈ, ਪਰ ਸੁਪਨਾ ਟੁੱਟੇ ਕੋ ਭਲਿਆ ਜਾਣ ਦਿੰਦਾ, ਤੇਰਾ ਕੀ ਜਾਂਦਾ ਸੀ, ਸੁਪਨੇ ਵਿੱਚ ਹੀ ਉੱਠ ਕੇ ਤੇ ਕਹੇਗਾ ਨਾ। ਸੁਪਨੇ ਦੇ ਵਿੱਚ ਕੋਈ ਗਰੀਬ ਰੋਟੀ ਖਾਣ ਲੱਗੇ, ਉਹਦੇ ਘਰੋਂ ਕਹੇ ਨਾ ਖਾ ਨਾ, ਫਿਰ ਉੱਠੇਗਾ ਭਾਈ ਖਾ ਹੀ ਲੈਂਦਾ ਤੇ ਠੀਕ ਸੀ। ਇਸ ਕਰਕੇ ਇਹ ਵੀ ਸੁਪਨਾ ਹੈ। ਇਹਦੇ ਵਿੱਚ ਕੋਈ ਮਾਂ ਬਣਿਆ, ਕੋਈ ਪਿਓ ਬਣਿਆ, ਕੋਈ ਆਪਣੇ ਆਪ ਹੀ ਕਰਤਾ ਬਣਿਆ, ਕੋਈ ਤਾਂ ਮੈਂ ਹੀ ਕਰ ਰਿਹਾ ਸਾਰਾ ਕੁਝ। ਕਈ ਮਨੁੱਖ ਐਵੇਂ ਸੋਚਦੇ ਨੇ ਕਿ ਮੈਂ ਹੀ ਦੁਨੀਆ ਦਾ ਸਾਰਾ ਰਾਜ ਮੈਂ ਹੀ ਸੰਭਾਲਿਆ ਹੋਇਆ ਹੈ। ਜਿਸ ਦਿਨ ਮੈਂ ਇੱਥੋਂ ਜਦੋਂ ਤੋਂ ਹੀ ਮੈਂ ਇੱਥੇ ਆ, ਸ਼ਹਿਰ ਚੱਲਦਾ ਹੈ। ਜਿਸ ਦਿਨ ਨਹੀਂ ਹੋਵਾਂਗਾ, ਉਸ ਦਿਨ ਕੋਈ ਚੱਲਣਾ ਹੀ ਨਹੀਂ। ਐਸਾ ਨਹੀਂ ਹੈ। ਕਦੇ ਕਦੇ ਨਾ ਮਨੁੱਖ ਨੂੰ ਆਪਣੇ ਆਪ ਨੂੰ ਵੈਸੇ ਸੋਚ ਕੇ ਵੇਖਣਾ ਚਾਹੀਦਾ ਵੀ ਮੈਂ ਇੱਥੇ ਨਹੀਂ। ਦੇਖਾ ਕੰਮ ਚੱਲਣਗੇ, ਇਹ ਧਿਆਨ ਨਾਲ ਦੇਖਿਓ, ਕੰਮ ਉਵੇਂ ਹੀ ਚੱਲਦੇ ਨੇ। ਇੱਥੇ ਤੇ ਵੱਡੇ ਵੱਡੇ ਅਟਲ ਬਿਹਾਰੀ ਵਰਗੇ ਜਿਹੜੇ ਪ੍ਰਧਾਨ ਮੰਤਰੀ ਹੋਏ, ਉਹ ਚਲੇ ਗਏ ਕਿ ਰੁਕ ਗਏ ਦੁਨੀਆ ਦੇ ਕੰਮ। ਕਈ ਵਾਰੀ CM ਹੁੰਦੇ ਆ, CM ਚਲੇ ਜਾਂਦੇ ਨੇ ਕਿ ਰੁਕ ਜਾਂਦਾ ਰਾਜ, ਨਹੀਂ ਰੁਕਦਾ। ਸਾਡੇ ਵਰਗੇ ਤੇ ਕਈ ਇੱਥੇ ਆਏ, ਕਈ ਗਏ। ਇਹ ਸੁਪਨਾ ਹੈ ਸਾਰਾ ਕੁਝ, ਪਰ ਇਹ ਸੁਪਨਾ ਜਿੱਦਣ ਟੁੱਟੇਗਾ ਉਦੋਂ ਸੋਝੀ ਹੋਣੀ ਮਨਾ। ਉਹ ਮੂੰਹ ਵਿੱਚ ਹੀ ਗੁਜ਼ਾਰ ਲਿਆ ਸਾਰਾ ਟਾਈਮ, ਆਦੇ ਜੰਮ ਆ ਗਏ ਲੈਣ, ਇਹ ਹੁਣ ਫੇਰ ਜੀਵਨ ਦੂਜਾ ਦੇਗਾ। ਇਹ ਸੁਪਨਾ ਹੈ। ਇਹ ਸੁਪਨਾ ਉਦੋਂ ਟੁੱਟੇਗਾ ਜਿੱਦਣ ਆਖਰੀ ਸਮਾਂ ਸਾਹ ਰੁਕਣਗੇ। ਉਸ ਤੋਂ ਪਹਿਲਾਂ ਤੇ ਇਹ ਸੁਪਨਾ ਸੱਚ ਲੱਗਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਵੱਡੇ ਵੱਡੇ ਰਾਖਸ਼ ਹੋਏ, ਜਿਨ੍ਹਾਂ ਰੱਬ ਤੋਂ ਵੱਡੇ ਵੱਡੇ ਵਰ ਵੀ ਲਏ, ਕਿ ਉਹ ਦੁਨੀਆ ਤੇ ਰਹੇ ਨਹੀਂ। ਕਾਲ ਨੇ ਉਹਨਾਂ ਦੇ ਸਿਰ ਤੇ ਵੀ ਡੱਗਾ ਵਜਾਇਆ ਹੈ। ਭੇ ਅਵਤਾਰ ਜਿੱਤੇ ਰਨ ਧੀਰਾ, ਕਾਲ ਪਾਏ ਕੇ ਤਜਨ ਸਰੀਰਾ। ਵੱਡੇ ਵੱਡੇ ਅਵਤਾਰ ਹੋਏ, ਕਾਲ ਪਾਏ ਸ਼ਿਵਜੀ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਸ਼ਿਵ ਜੀ ਹੋਏ। ਇੱਥੇ ਵੱਡੇ ਵੱਡੇ ਅਵਤਾਰ ਹੋਏ, ਕ੍ਰਿਸ਼ਨ ਜੀ ਹੋਏ, ਰਾਮਚੰਦਰ ਜੀ ਹੋਏ, ਕਿ ਨਹੀਂ ਗਏ। ਸਰੀਰ ਕਰਕੇ ਸਾਰਿਆਂ ਨੂੰ ਜਾਣਾ ਪੈਂਦਾ, ਉਹ ਵੱਖਰੀ ਗੱਲ ਹੈ। ਜੋਤ ਕਰਕੇ ਉਹ ਆਤਮਕ ਰੱਬ ਦੇ ਨਾਲ ਮਿਲ ਜਾਂਦੇ ਨੇ,
ਉਹਨਾਂ ਦਾ ਨਾਮ ਲੈ ਕੇ ਕੋਈ ਵੀ ਉਹਨਾਂ ਨੂੰ ਯਾਦ ਕਰੇ, ਉਹ ਪ੍ਰਗਟ ਹੋ ਜਾਂਦੇ ਹਨ। ਮਹਾਸਿੱਧ ਸੁਰ ਗੰਧਰਵ ਕਿੰਨਰ ਯਖੈ ਆਦ ਸਭ ਹੋਵੇ ਛਿਨ ਭੰਗਰ। ਮਹਾਨ ਸਿੱਧ ਹੋਏ, ਦੇਵਤੇ ਹੋਏ, ਕਿੰਨਰ ਹੋਏ, ਕਿੰਨੀਆਂ ਚੀਜ਼ਾਂ ਹੋਈਆਂ, ਕਹਿੰਦੇ ਸਾਰੇ ਛਿਨ ਭੰਗਰ ਥੋੜੇ ਜਿਹੇ ਦਿਨਾਂ ਵਿੱਚ ਹੀ ਇਹ ਦੁਨੀਆ ਤੋਂ ਚੱਲਦੇ ਬਣੇ। ਜਮ ਉੱਡ ਕੰਨ ਪਰ ਹੂਤ ਕੁਮੇਰਾ ਹੋਏ ਵੀ ਪਰਜੈ ਲੱਗੈ ਨਾ ਦੇਰਾ। ਜਮ ਤਾਰੇ ਇੰਦਰ ਆ ਜੋ ਕੁਝ ਵਿਖ ਰਿਹਾ ਹੈ, ਇੱਕ ਦਿਨ ਐਸਾ ਆਉਣਾ ਹੈ ਸਭ ਕੁਝ ਹੀ ਚਲਾ ਜਾਣਾ। ਇਹ ਧਰਤੀ ਖਤਮ ਹੋ ਜਾਣੀ, ਇੱਕ ਦਿਨ ਐਸਾ ਆਏਗਾ। ਅਸੀਂ ਭਾਵੇਂ ਅਸੀਂ ਕਿਹਦਾ ਪਹਿਲਾਂ ਜਾਣਾ, ਕਿਹਦਾ ਸਾਡੇ ਹੁੰਦਿਆਂ ਹੀ ਹੋ ਜਾਏ, ਇਹ ਕਿਹੜਾ ਕਿਸੇ ਨੂੰ ਪਤਾ ਹੈ। ਖਿੱਤਵਾਰ ਨਾ ਜੋਗੀ ਜਾਣਾ ਰੁੱਤਮਾ ਨਾ ਕੋਈ। ਜਿਵੇਂ ਮਨੁੱਖ ਨਰ ਚਾਹਤ ਕਛ ਔਰ ਹੈ ਕਿ ਅਸੀਂ ਤੇ ਲੰਮਾ 20 ਸਾਲ ਦਾ ਐਸਟੀਮੇਟ ਲਾਈ ਬੈਠੇ ਹਾਂ, 20 ਸਾਲ 'ਚ ਇਹ ਹੋ ਜਾਏਗਾ ਕਿਦਾ, ਜਿਵੇਂ ਰੱਬ ਨੇ ਇੱਕਦਮ ਕਰੋਨਾ ਲਿਆਂਦਾ, ਕਿਤੇ ਕਿਤੇ ਧਰਤੀ ਖਤਮ ਕਰਨੀ ਹੋਏ। ਇਹ ਕਿਹੜਾ ਕਿਸੇ ਨੂੰ ਪਤਾ ਹੈ। ਇਹ ਜਿਹੜੀ ਚੀਜ਼ 'ਤੇ ਅਸੀਂ ਬੈਠੇ ਹਾਂ ਕੋਈ ਸੱਚ ਥੋੜੀ ਨਾ ਹੈ। ਇਹ ਜਿਤ ਆਸਣ ਹਮ ਬੈਠੇ ਕਿਤੇ ਬੈਠ ਗਿਆ। ਜਿੱਥੇ ਅਸੀਂ ਬੈਠੇ ਹਾਂ ਇੱਥੇ ਤਾਂ ਕਈ ਚਲ ਗਏ ਨੇ, ਜਿਨ੍ਹਾਂ ਦਾ ਸਿਕੰਦਰ ਵਰਗੇ ਸਾਰੀ ਦੁਨੀਆ ਤੇ ਹੀ ਰਾਜ ਸੀ, ਗਏ ਇੱਥੋਂ। ਮਹਾਰਾਜ ਕਹਿੰਦੇ ਮਲੂਕ ਉਮਰੇ ਗਏ ਕਰ ਕਰ ਕੂਚ, ਇਹ ਤਾਂ ਕਈ ਕੂਚ ਕਰ ਗਏ ਨੇ। ਕਰੋਨੇ ਦਾ ਨਹੀਂ ਸੀ ਪਤਾ, ਆ ਗਿਆ ਕਿ ਪਤਾ ਇੱਕ ਦਿਨ ਐਸਾ ਨਾ ਹੋਏ ਸਾਡੇ ਹੁੰਦਿਆਂ ਹੀ ਆਉਣਾ ਹੋਏ, ਧਰਤੀ ਖਤਮ ਹੋ ਜਾਏ। ਯਾਦ ਰੱਖਣਾ ਇਹ ਸੂਰਜ ਚੰਦਰਮਾ ਇਹ 1 ਸੈਕਿੰਡ ਵੀ ਮਿਲੀ ਸੈਕਿੰਡ ਵੀ ਲੇਟ ਨਹੀਂ ਹੁੰਦੇ। ਜਿਸ ਦਿਨ ਮਾੜੇ ਜੇ ਇਹ ਲੇਟ ਹੋ ਗਏ ਸਾਰਾ ਪ੍ਰਬੰਧ ਆਪਸ ਵੱਜ ਜਾਣਾ ਸਾਰਾ ਹੀ। ਅਸੀਂ ਲੇਟ ਉੱਠ ਜਾਈਏ ਤਾਂ ਕੋਈ ਗੱਲ ਨਹੀਂ, ਜਿਸ ਦਿਨ ਸੂਰਜ ਲੇਟ ਉੱਠਿਆ ਨਾ ਉਹਦੇ ਧਰਤੀ ਨਹੀਂ ਰਹਿਣੀ। ਬੰਦਾ ਮਰਿਆਦਾ ਤੋਂ ਬਾਹਰ ਹੋ ਜਾਏ, ਧਰਤੀ ਵੈਸੇ ਉਦੋਂ ਵੀ ਖਰਾਬ ਹੁੰਦੀ ਹੈ ਜਦੋਂ ਮਨੁੱਖ ਮਰਿਆਦਾ ਤੋਂ ਬਾਹਰ ਹੁੰਦੇ ਨੇ। ਕਤਲੋ ਗਾਰਦ ਚੱਲਦੀ ਹੈ, ਧਰਮਾਂ ਦੀਆਂ ਲੜਾਈਆਂ ਚੱਲਦੀਆਂ ਨੇ। ਜਿਸ ਦਿਨ ਮਨੁੱਖ ਮਰਿਆਦਾ ਤੋਂ ਬਾਹਰ ਹੋਏ ਤਾਂ ਹੀ ਤੇ ਆ ਲੋਭ ਲਾਲਚ ਤਾਂ ਹੀ ਤੇ ਫੈਲਦਾ। ਮਨੁੱਖ ਮਰਿਆਦਾ ਤੋਂ ਬਾਹਰ ਹੋ ਗਿਆ, ਆਪਣੇ ਮਨੁੱਖਾ ਸਰੀਰ ਦੀ ਮਰਿਆਦਾ ਭੁੱਲ ਗਿਆ। ਯਾਦ ਰੱਖਣਾ ਇੱਥੇ ਸ਼ੇਰ ਦੇ ਨਾਲ ਲੜੇ, ਖੂਨ ਦੀਆਂ ਨਦੀਆਂ ਨਹੀਂ ਚੱਲਦੀਆਂ। ਸ਼ੇਰ ਬੱਕਰੀ ਤੇ ਟੁੱਟ ਪਏ, ਖੂਨ ਦੀਆਂ ਨਹਿਰਾਂ ਨਹੀਂ ਚੱਲਦੀਆਂ। ਜੇ ਧਰਮਾਂ ਵਾਲਿਆਂ ਨਾਲ ਲੜ ਪੈਣ, ਖੂਨ ਦੀਆਂ ਨਦੀਆਂ ਵਗਦੀਆਂ। ਉਵੇਂ ਨਹੀਂ ਧਰਤੀ ਨਾਸ਼ ਹੁੰਦੀ। ਇਹ ਪਸ਼ੂਆਂ ਦੇ ਲੜਨ ਨਾਲ ਨਹੀਂ ਨਾਸ਼ ਹੋਣੀ। ਇਹਦੇ ਜਿਸ ਦਿਨ ਮਨੁੱਖਾਂ ਨਾਲ ਲੜਦੇ ਨੇ, ਬੇਇਤਫਾਕੀ ਪੈਂਦੀ ਹੈ, ਉਸ ਦਿਨ ਦੁਨੀਆ ਨਾਸ਼ ਹੁੰਦੀ ਹੈ। ਇਹਦੇ ਪਸ਼ੂ ਅੱਜ ਤੇ ਸ਼ੁਰੂ ਤੋਂ ਲੜਦੇ ਆ ਰਹੇ ਨੇ, ਪਸ਼ੂਆਂ ਦੇ ਸੁਭਾਅ ਨੇ ਕਿ ਧਰਤੀ ਤੇ ਕੁਝ ਹੋਇਆ ਨਹੀਂ। ਤੇ ਮਨੁੱਖ ਲੜਦੇ ਨੇ ਆਪਸ। ਤੇ ਜਿਹੜੇ ਮਨੁੱਖ ਮਰਿਆਦਾ ਤੋਂ ਬਾਹਰ ਹੋ ਜਾਂਦੇ ਨੇ, ਨਾਸ ਹੁੰਦਾ ਧਰਤੀ ਦਾ। ਮਨੁੱਖ ਲੋਭ ਵਿੱਚ ਐਸਾ ਪੈਂਦਾ, ਨਾ ਭਰਾ ਨੂੰ ਵੇਖਦਾ ਨਾ ਭੈਣ ਨੂੰ ਵੇਖਦਾ, ਕਰ ਦਿੰਦਾ ਸਭ ਕੁਝ। ਬਾਣੀ ਦੇ ਤਾਂ ਹੀ ਕਿਹਾ ਕਹਿੰਦੇ ਯਾਦ ਰੱਖੀ, ਇੱਕ ਸਾਰਿਆਂ ਦਾ ਵਿਸ਼ਵਾਸ ਕਰ ਲਿਓ ਦੁਨੀਆ ਤੇ, ਇੱਕ ਲੋਭੀ ਦਾ ਨਾ ਵਿਸ਼ਵਾਸ ਕਰਿਓ, ਭਾਵੇਂ ਆਪਣਾ ਪੁੱਤਰ ਹੀ ਕਿਉਂ ਨਾ, ਭਾਵੇਂ ਆਪਣਾ ਰਿਸ਼ਤੇਦਾਰ ਹੀ ਕਿਉਂ ਨਾ, ਲੋਭੀ ਹੋਏ ਵਿਸ਼ਵਾਸ ਨਾ ਕਰਿਓ ਕਦੀ। ਕਿਉਂ ਇਹੋ ਜਿਹੀ ਥਾਂ ਤੇ ਜਾ ਕੇ ਸੁੱਟੇਗਾ, ਕਦੀ ਜ਼ਿੰਦਗੀ 'ਚ ਸੋਚਿਆ ਨਹੀਂ। ਲੋਭੀ ਕਾਵ ਸਾਉ ਨਾ ਕੀਜੈ। ਮਹਾਰਾਜ ਨੇ ਵੈਸੇ ਤੇ ਮਹਾਰਾਜ ਨੇ ਮਨਮੁਖਾਂ ਤੋਂ ਵੀ ਦੂਰ ਰਹਿਣ ਦੀ ਗੱਲ ਕੀਤੀ ਹੈ। ਇਹ ਤੇ ਬੜੀ ਤਕੜੀ ਹਦਾਇਤ ਕੀਤੀ ਹੈ ਨਾ। ਇਹ ਵੈਸੇ ਤਾਂ ਲੋਭੀ ਮਨੁੱਖ ਆਪ ਵੀ ਬੜਾ ਹੈ ਅੱਜ ਕੱਲ੍ਹ, ਪਰ ਦੂਰੋਂ ਹੀ ਵਿਖ ਜਾਂਦੇ। ਲੋਭੀ ਦੇ ਲੱਛਣ ਤੇ ਦੂਰੋਂ ਹੀ ਵਿਖ ਜਾਂਦੇ ਨੇ ਵੀ ਇਹ ਬੜਾ ਲੋਭੀ ਹੈ। ਇਸ ਕਰਕੇ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ, ਭਾਈ ਦੁਨੀਆ ਤੇ ਸਥਿਰ ਕੋਈ ਨਹੀਂ ਹੈ। ਵੱਡੇ ਵੱਡੇ ਰਾਖਸ਼ ਇੱਥੋਂ ਗਏ, ਰਾਜੇ ਗਏ, ਵੱਡੇ ਵੱਡੇ ਅਵਤਾਰ ਚਲੇ ਗਏ, ਦੁਨੀਆ ਤੇ ਰਹਿਣ ਵਾਲੀ ਕੋਈ ਵੀ ਚੀਜ਼ ਨਹੀਂ ਹੈ। ਜੋ ਬ੍ਰਹਮਾ ਜਗ ਕਾਰਨ ਕੇਰੋ ਤੇ ਅਭਾਵ ਕਰ ਕਾਲ ਕਰੇਰੋ। ਕਹਿੰਦੇ ਇੱਕ ਗੱਲ ਹੋਰ ਯਾਦ ਰੱਖੋ, ਮਹਾਰਾਜ ਜੀ ਕਹਿੰਦੇ ਨੇ ਵੀ ਮੰਨਿਆ ਜਾਂਦਾ ਹੈ ਬ੍ਰਹਮੇ ਨੇ ਜਗਤ ਪੈਦਾ ਕੀਤਾ, ਬ੍ਰਹਮਾ ਜੀ ਨੇ, ਪਰ ਬ੍ਰਹਮਾ ਨੂੰ ਤੇ ਫਿਰ ਆਪ ਕਾਲ ਖਾ ਗਿਆ। ਇਹ ਕਹਿੰਦੇ ਨੇ ਨਾ ਬ੍ਰਹਮਾ ਇੱਕ ਸੰਸਾਰੀ ਇੱਕ ਭੰਡਾਰੀ। ਸੰਸਾਰੀ ਦਾ ਮਤਲਬ ਕੀ? ਸੰਸਾਰ ਪੈਦਾ ਕਰਨ ਵਾਲਾ, ਇੱਕ ਲਾਏ ਦੀਵਾਨ, ਇੱਕ ਮਾਰਨ ਵਾਲਾ, ਇੱਕ ਰੋਟੀ ਦੇਣ ਵਾਲਾ ਵਿਸ਼ਨੂੰ ਜੀ। ਕਹਿੰਦੇ ਜਿਹੜੇ ਬ੍ਰਹਮੇ ਨੇ ਦੁਨੀਆ ਨੂੰ ਪੈਦਾ ਕੀਤਾ ਉਹ ਨਹੀਂ ਰਿਹਾ। ਤੇ ਆਮ ਛੋਟੇ ਮੋਟੇ ਮਨੁੱਖਾਂ ਦੀ ਕੀ ਗੱਲ ਹੈ? ਸਰੀਰ ਕਰਕੇ ਭਾਵ ਇੱਥੋਂ ਵੱਡੇ ਵੱਡੇ ਦੇਵਤਿਆਂ ਨੂੰ ਵੀ ਕੂਚ ਕਰਨਾ ਪਿਆ ਹੈ। ਹਰੀ ਵਿਸ਼ਨ ਜੇ ਜਗਤ ਅਲਾਏ, ਹਰੀ ਹਰ ਤੰਤਾ ਤੇ ਕੀ ਜਾਏ। ਕਹਿੰਦੇ ਜਿਨ੍ਹਾਂ ਨੂੰ ਵਿਸ਼ਨੂੰ ਜੀ ਨੂੰ ਲੋਕ ਰੱਬ ਕਹਿੰਦੇ ਨੇ, ਉਹ ਵੀ ਅਵਤਾਰ ਲੈ ਕੇ ਆਏ, ਉਹਨਾਂ ਦਾ ਵੀ ਹਰੀਪੂਣਾ ਖਤਮ ਹੋਇਆ।
ਹੁਣ ਕਹਿੰਦੇ ਹੁਣ ਹਰੀ ਰੱਬ ਹਮੇਸ਼ਾ ਹੀ ਸਥਿਰ ਰਹਿੰਦਾ। ਕਹਿੰਦੇ ਇਸ ਕਰਕੇ ਵੱਡੇ ਵੱਡੇ ਦੇਵਤਿਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ ਇਹ ਦੁਨੀਆ ਤੋਂ ਕੂਚ ਕਰਨਾ ਪਿਆ ਹੈ। ਰੁੱਤ ਰਹੇ ਭੇਖ ਭਿਆਨਕ ਜਾਹੀ, ਕਾਲ ਪਾਏ ਸੇ ਹੋਵਹਿ ਨਾਹੀ। ਇਹ ਗੱਲ ਮਹਾਰਾਜ ਹੋਰ ਦੱਸ ਰਹੇ ਨੇ ਸਿੱਖਾਂ ਨੂੰ, ਸਿੱਖੋ ਯਾਦ ਕਰੋ। ਕਿਹਾ ਜਾਂਦਾ ਵੀ ਸ਼ਿਵ ਜੀ ਸਾਰੀ ਦੁਨੀਆ ਨੂੰ ਮਾਰਦੇ ਨੇ, ਪਰ ਉਹਨਾਂ ਨੂੰ ਤੇ ਆਪ ਕਾਲ ਨੇ ਮਾਰ ਲਿਆ। ਕਿਹਾ ਜਾਂਦਾ ਹੈ ਵੀ ਸ਼ਿਵ ਜੀ ਸਾਰੀ ਦੁਨੀਆ ਨੂੰ ਲੈ ਕਰਦੇ ਨੇ, ਉਹਨਾਂ ਨੂੰ ਵੀ ਤੇ ਜਾਣਾ ਪਿਆ, ਕਾਲ ਤੇ ਉਹਨਾਂ ਨੂੰ ਵੀ ਖਾ ਗਿਆ। ਇਸ ਕਰਕੇ ਕਾਲ ਕਿਸੇ ਦਾ ਸਕਾ ਨਹੀਂ ਹੈ। ਕਾਲ ਜਿਹੜਾ ਇੱਕ ਕਾਲ ਤੇ ਅੱਗ ਛੋਟਾ ਵੱਡਾ ਨਹੀਂ ਵਹਿੰਦੀ ਕਦੇ। ਅੱਗ ਨਾ ਛੋਟਾ ਲੱਕੜੀਆਂ ਵਹਿੰਦੀਆਂ ਨਾ ਵੱਡੀ, ਅੱਗ ਦੇ ਵਿੱਚ ਕੁਝ ਵੀ ਸੁੱਟ ਦੋ ਲੈ ਜਾਂਦੀ ਹੈ। ਇਹ ਕਾਲ ਵੀ ਨਾ ਛੋਟੀ ਉਮਰ ਵਹਿੰਦਾ ਨਾ ਵੱਡੀ ਵਹਿੰਦਾ, ਲੈ ਜਾਂਦਾ, ਇਹ ਨਹੀਂ ਵਹਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਾਲ ਜਿਹੜਾ ਹੈ ਇਹ ਨਾ ਦੇਵਤੇ ਨੂੰ ਵਹਿੰਦਾ ਨਾ ਦੇਵੀ ਨੂੰ ਵਹਿੰਦਾ, ਇਹ ਨਾ ਰਾਖਸ਼ ਨੂੰ ਵਹਿੰਦਾ ਨਾ ਸਿਆਣੇ ਨੂੰ ਵਹਿੰਦਾ, ਨਾ ਮੂਰਖ ਨੂੰ ਵਹਿੰਦਾ ਨਾ ਅਨਪੜ੍ਹ ਨੂੰ ਵਹਿੰਦਾ, ਨਾ ਗਿਆਨੀ ਨੂੰ ਵਹਿੰਦਾ ਨਾ ਮਾਂ ਗਿਆਨੀ ਨੂੰ ਵਹਿੰਦਾ, ਨਾ ਵੱਡੇ ਲੀਡਰ ਨੂੰ। ਇਹ ਥੋੜੀ ਨਾ ਵੀ ਵੱਡਾ ਪੋਲੀਟੀਸ਼ੀਅਨ ਇਹਨੂੰ ਛੱਡ ਦੇ, ਉਹਦੇ ਵਾਸਤੇ ਕੁਝ ਨਹੀਂ, ਉਹ ਸਾਰਿਆਂ ਨੂੰ ਹੀ ਲੈ ਜਾਂਦਾ ਹੈ। ਸਭ ਕੋ ਜੋ ਆਧਾਰ ਆਕਾਸ਼ਾ, ਕਾਲ ਆਧਾਰੀ ਹੋਏ ਸੋ ਨਾਸਾ। ਇਹ ਆਕਾਸ਼ ਜਿਹੜਾ ਸਾਰਿਆਂ ਦਾ ਆਧਾਰ ਹੈ। ਆਕਾਸ਼ ਦੇ ਵਿੱਚ ਹੀ ਸੂਰਜ ਹੈ, ਆਕਾਸ਼ ਵਿੱਚ ਹੀ ਚੰਦਰਮਾ। ਇਹ ਆਕਾਸ਼ ਜਿਹੜਾ ਸਾਰਿਆਂ ਦਾ ਆਧਾਰ ਹੈ, ਇਹ ਆਕਾਸ਼ ਨੇ ਵੀ ਨਾਸ਼ ਹੋ ਜਾਣਾ ਹੈ। ਇਨ ਜੀਵਨ ਕਿਆ ਗਿਣਤੀ ਹੋਈ, ਗ੍ਰਸਿਓ ਕਾਲ ਕੋ ਹੈ ਸਭ ਕੋਈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਿੱਖੋ ਭਾਈ ਇਹਨਾਂ ਚੀਜ਼ਾਂ ਦੀ ਕੀ ਗਿਣਤੀ ਕਰੀਏ, ਕਿਹਨੂੰ ਕਿਹਨੂੰ ਲੈ ਗਿਆ ਕਾਲ। ਬਸ ਇਹ ਸਮਝਣਾ ਕਰੋ ਸਾਰੀ ਚੀਜ਼ ਨੂੰ ਜੋ ਕੁਝ ਵੀ ਜੋ ਉਪਜਿਓ ਸੋ ਬਿਨਸ ਪਰੋਂ ਆਜ ਕੈ ਕਾਲ। ਇਹਦੇ ਕਾਲ ਦਾ ਮਤਲਬ ਨਹੀਂ ਕਹਿਣਾ ਕਾਲ, ਅੱਜ ਕੇ ਕੱਲ, ਚੱਲਣ ਅੱਜ ਕੇ ਕੱਲ, ਖੇਲ ਗਏ ਸੇ ਪੰਖੜੂ ਜੋ ਚੁਗਦੇ ਸਰ ਤਲ। ਕਹਿੰਦੇ ਇਹ ਤੇ ਜੋ ਵੱਡੇ ਵੱਡੇ ਪੰਛੀ ਚੁਗਦੇ ਸੀ ਉਹ ਚਲੇ ਗਏ। ਕਹਿੰਦੇ ਇਸ ਕਰਕੇ ਯਾਦ ਰੱਖੋ ਭਾਈ ਸੱਜਣੋ, ਇਹ ਦੁਨੀਆ ਤੇ ਕਾਲ ਨੇ ਸਾਰਿਆਂ ਨੂੰ ਹੀ ਗਰਸ ਲੈਣਾ ਹੈ। ਰਹਿਨੋ ਸਥਿਰ ਕਿਨਹੂ ਨਾਹੀ, ਪਾਏ ਸਮਾਂ ਸਭ ਹੀ ਬਿਨ ਸਾਹੀ। ਬਸ ਗੱਲ ਇਹ ਹੈ, ਸਮੇਂ ਦੀ ਗੱਲ ਹੈ। ਪਤਾ ਨਹੀਂ ਕਿਸੇ ਦਾ ਸਮਾਂ ਤੇ ਸਥਾਨ ਕਿੱਥੇ ਲਿਖਿਆ। ਜਿਸ ਦਿਨ ਸਮਾਂ ਅਤੇ ਸਥਾਨ ਦੋਵੇਂ ਇਕੱਠੇ ਹੋ ਜਾਂਦੇ ਨੇ, ਮਨੁੱਖ ਦੀ ਮ੍ਰਿਤੂ ਹੋ ਜਾਂਦੀ ਹੈ। ਜਿਸ ਦਿਨ ਸਮਾਂ ਅਤੇ ਸਥਾਨ, ਇਹ ਨਹੀਂ ਪਤਾ ਕਿਹਦਾ ਸਮਾਂ ਕਦੋਂ ਲਿਖਿਆ ਹੈ। ਇਸ ਕਰਕੇ ਮਹਾਰਾਜ ਜੀ ਇਹ ਗੱਲ ਕਹਿਣਾ ਚਾਹੁੰਦੇ ਨੇ ਮਨੁੱਖ ਨੂੰ, ਭਾਈ ਪਰਮੇਸ਼ਰ ਦੀ ਬੰਦਗੀ ਕਰੋ, ਪਰਮੇਸ਼ਰ ਤੋਂ ਡਰ ਕੇ ਰਹੋ। ਇਹ ਦੁਨੀਆ ਦੇ ਵਿੱਚ ਜੇ ਕਿਸੇ ਵਾਸਤੇ ਪਾਪ ਕਰਨਾ, ਕਿਹਦੇ ਵਾਸਤੇ ਕਰਨਾ, ਕਿਉਂ ਸਮਾਂ ਬਰਬਾਦ ਕਰ ਰਹੇ ਹੋ। ਜੇ ਤੇ ਇੱਥੇ ਮਹਾਰਾਜ ਕਹਿੰਦੇ ਨੇ ਕਿਛ ਖਾਜਾ ਹੈ ਕਿਛ ਧਰ ਜਾਈਏ, ਜੇ ਬਾਹਰ ਆਈਏ ਕੁਝ ਖਾ ਲਓ ਕੁਝ ਧਰ ਲਓ, ਸਾਂਭ ਲਓ, ਜਿੰਦਰਾ ਮਾਰ ਲਓ ਵੱਡਾ ਸਾਰਾ ਲਿਆ ਕੇ, ਜੇ ਦੁਬਾਰਾ ਆਉਣਾ ਹੋਏ। ਨਹੀਂ, ਕੋਈ ਪਤਾ ਨਹੀਂ ਕਿੱਥੇ ਗਿਆ, ਕੌਣ ਗਿਆ, ਕਿੱਥੇ, ਕੋਈ ਪਤਾ ਨਹੀਂ ਕਿਸੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਭਾਈ ਸਿੱਖੋ ਮਨ ਵਿੱਚ ਵਿਲਾਪ ਨਾ ਕਰੋ ਸਾਡੇ ਜਾਣ ਦਾ। ਆ ਤੁਹਾਨੂੰ ਕਿੰਨਿਆਂ ਦੇ ਨਾਂ ਗਣਾਏ ਨੇ, ਇਹ ਰਹੇ ਨੇ ਦੁਨੀਆ ਤੇ ਨਹੀਂ। ਸਰੀਰ ਕਰਕੇ ਸਾਰਿਆਂ ਨੂੰ ਹੀ ਜਾਣਾ ਪਿਆ ਹੈ। ਅਤ ਸੂਖਮ ਸੂਖਮ ਕਾਲੂ, ਅਤ ਵਿਸਾਲ ਤੇ ਮਹਾ ਵਿਸਾਲੂ। ਭਾਵੇਂ ਕੋਈ ਅਤ ਸੂਖਮ ਤੋਂ ਸੂਖਮ ਹੋਏ, ਛੋਟੇ ਤੋਂ ਛੋਟਾ, ਤੇ ਭਾਵੇਂ ਕੋਈ ਵੱਡੇ ਤੋਂ ਵੱਡਾ ਹੈ। ਕਰਹਿ ਊਚ ਤੇ ਜੋ ਅਤ ਨੀਚੂ, ਨੀਚ ਹੈ ਥਪਹਿ ਊਚ ਖਿਨ ਪੀਚੂ। ਪਰਮਾਤਮਾ ਜੀ ਕੀ ਕਰਦੇ ਨੇ, ਕਹਿੰਦੇ ਕੋਈ ਬਹੁਤਾ ਹੀ ਨੀਵਾਂ ਹੈ, ਨੀਵੇਂ ਤੋਂ ਨੀਵਾਂ ਉਹਨੂੰ ਉੱਚਾ ਕਰ ਦਿੰਦੇ ਨੇ, ਤੇ ਕੋਈ ਬਹੁਤਾ ਹੀ ਉੱਚਾ ਹੈ ਉਹਨੂੰ ਬਹੁਤ ਨੀਵਾਂ ਵੀ ਕਰ ਦਿੰਦੇ ਹਨ। ਰਾਈ ਮੇਰ ਮੇਰ ਤੇ ਰਾਈ, ਬਸੈ ਉਚਾਰਹਿ ਉਚਰ ਬਸਾਈ। ਪਰਮਾਤਮਾ ਕਹਿੰਦੇ ਬੜਾ ਵੱਡਾ ਹੈ ਭਾਈ ਸਿੱਖੋ। ਪਰਮਾਤਮਾ ਕੀ ਕਰਦਾ, ਰਾਈ ਤੋਂ ਪਹਾੜ ਬਣਾ ਦਿੰਦਾ, ਪਹਾੜ ਤੋਂ ਰਾਈ ਬਣਾ, ਐਵੇਂ ਕਰਦਾ। ਕਹਿੰਦੇ ਹੋਰ ਕੀ ਕਰਦਾ, ਜਿਹੜੇ ਵਸੇ ਹੋਏ ਨੇ ਜਾੜ ਦਿੰਦਾ, ਉਜੜਿਆਂ ਨੂੰ ਵਸਾ ਦਿੰਦਾ। ਐਸਾ ਕਿਰਤ ਪਰਮਾਤਮਾ ਰੋਜ਼ ਕਰਦਾ ਪਿਆ ਹੈ। ਮਹਾਬਲੀ ਚਾਹੇ ਸੋ ਕਰਹੀ, ਇਸ ਆਗੇ ਕੋ ਧੀਰ ਨਾ ਧਰਹੀ। ਕੋਈ ਵੱਡਾ ਮਹਾਬਲੀ ਵੀ ਹੋਏ, ਆਪਣੇ ਆਪ ਨੂੰ ਬੜਾ ਵੱਡਾ ਸਮਝੇ, ਕਹਿੰਦੇ ਪਰਮਾਤਮਾ ਦੇ ਅੱਗੇ ਕੁਛ ਨਹੀਂ।
ਇੱਕ ਯਾਦ ਰੱਖਣਾ, ਜਿਸ ਦਿਨ ਮਨੁੱਖ ਬਹੁਤੀ ਅੱਤ ਚੁੱਕ ਲਾਉਂਦਾ ਹੈ, ਉਹ ਸਮਝ ਲਓ ਜਦੋਂ ਜਿਸ ਦਿਨ ਉਹਦੀ ਬੁੱਧੀ ਵਿਸ਼ਮ ਹੋ ਜਾਂਦੀ ਹੈ, ਬਹੁਤੀ ਬੰਦੇ ਨੂੰ ਬੰਦਾ ਨਾ ਸਮਝਣਾ ਕਰੇ, ਫਿਰ ਇਹ ਸਮਝਣਾ ਚਾਹੀਦਾ ਵੀ ਸਮਾਂ ਉਹਦਾ ਨੇੜੇ ਹੀ ਹੈ। ਹੁਣ ਗੀਤਾ ਦੇ ਵਿੱਚ ਕਿਹਾ ਵਿਸ਼ਮ ਬੁੱਧੀ ਵਿਨਾਸ਼ ਕਾਲੇ। ਜਿਸ ਦਿਨ ਬੁੱਧੀ ਵਿਗੜ ਜਾਂਦੀ ਹੈ ਮਨੁੱਖ, ਆਮ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, ਡਾਂਗੀ ਰੱਬ ਨਾ ਮਾਰਦਾ ਮੱਤ ਅਵੰਦੀ ਦੇ। ਪਰਮਾਤਮਾ ਡਾਂਗਾ ਨਾਲ ਥੋੜੀ ਨਾ ਕਿਸੇ ਨੂੰ ਮਾਰਦਾ, ਮੱਤ ਪੁੱਠੀ ਕਰ ਦਿੰਦਾ। ਮੱਤ ਪੁੱਠੀ ਹੁੰਦੀ ਤੇ ਮਨੁੱਖ ਜਾਂਦਾ ਰਹਿੰਦਾ, ਡਾਂਗਾ ਨਾਲ ਨਹੀਂ ਰੱਬ ਕਿਸੇ ਨੂੰ ਮਾਰਦਾ, ਮੱਤ ਮਾੜੀ ਕਰ ਦਿੰਦਾ। ਉਹ ਮਨੁੱਖ ਫਿਰ ਮਾੜੇ ਮਨੁੱਖਾਂ ਦੀ ਸੰਗਤ ਵਿੱਚ ਬਹੇਗਾ, ਮਾੜਿਆਂ ਦੀ ਸੰਗਤ ਕਰੇਗਾ, ਸਤ ਸੰਗਤ ਤੋਂ ਪਰਹੇਜ਼ ਕਰੇਗਾ, ਗੁਰੇਜ਼ ਕਰੇਗਾ ਸਤ ਸੰਗਤ ਤੋਂ, ਤੇ ਮਨਮੁੱਖਾਂ ਦੀ ਸੰਗਤ ਵਿੱਚ ਜਾ ਕੇ ਬੜੀ ਚਸਕੇ ਨਾਲ ਬਹੇਗਾ। ਬਸ ਇਹ ਸਮਝ ਲਓ ਉਹਦੇ ਜਿਹੜੇ ਦਿਨ ਨੇ, ਇਸ ਸਮੇਂ ਮਾੜੇ ਹੀ ਚੱਲ ਰਹੇ ਹਨ। ਤਨਕ ਅਭਾਵ ਹਾਥ ਹੈ ਜਾਂ ਕੇ, ਰਾਗ ਦ્વੈਖ ਬਾਣ ਵੱਢ ਤਾਂ ਕੇ। ਪਰਮਾਤਮਾ ਐਸਾ ਹੈ ਜਿਹਦੇ ਹੱਥ ਦੇ ਵਿੱਚ ਅਭਾਵ ਰੂਪੀ ਤੀਰ ਹੈ, ਤੇ ਉਹਦੇ ਕੋਲ ਦੋ ਤੀਰ ਵੀ ਨੇ। ਧਨੁਸ਼ ਕੀ ਹੈ? ਭਾਵ ਅਭਾਵ, ਉਹਦੇ ਕੋਲ ਦੋਵੇਂ ਚੀਜ਼ਾਂ ਨੇ। ਪਰਮਾਤਮਾ ਕੋਲ ਰਾਗ ਵੀ ਹੈ ਤੇ ਦਵੇਸ਼ ਵੀ, ਪਰਮਾਤਮਾ ਕੋਲ ਪ੍ਰੇਮ ਵੀ ਹੈ ਤੇ ਪਰਮਾਤਮਾ ਦੇ ਵਿੱਚ ਹੀ ਦਵੈਕ ਵੀ ਹੈ। ਛੈ ਕਰ ਜਗ ਉਪਜਾਵਹਿ ਸੋਊ, ਸਿਸ ਲੀਲਾ ਜਿਉ ਦੇਖ ਨ ਕੋਊ। ਪਰਮਾਤਮਾ ਲੀਲਾ ਬਣਾਉਂਦਾ ਹੈ, ਖਤਮ ਕਰ ਦਿੰਦਾ, ਬਣਾਈ ਜਾਂਦਾ ਹੈ, ਖਤਮ ਕਰੀ ਜਾਂਦਾ ਹੈ। ਇਸ ਕਰਕੇ ਮਨੁੱਖ ਨੂੰ, ਜਿਵੇਂ ਬੱਚਾ ਛੋਟਾ ਹੋਏ ਨਾ, ਆਪਣੇ ਬਚਪਨ ਦੀ ਗੱਲ ਨਹੀਂ ਉਹ ਜਾਣਦਾ ਹੁੰਦਾ। 2 ਸਾਲ ਦੇ ਬੱਚੇ ਨੂੰ ਆਪਣੇ ਬਚਪਨ ਦੀ ਲੀਲਾ ਕੀ ਪਤਾ। ਕਹਿੰਦੇ ਇਸੇ ਤਰੀਕੇ ਦੇ ਨਾਲ ਇਹ ਜਗਤ ਪੈਦਾ ਹੁੰਦੇ ਨੇ, ਜਗਤ ਖਤਮ ਵੀ ਹੁੰਦੇ ਆਏ ਹਨ। ਸੂਰਜ ਚੰਦ ਗੋਏ ਕਰ ਹਾਥੇ, ਖੇਲਹਿ ਨਿਤ ਉਛਾਰ ਤਿੰਨ ਸਾਥੇ। ਕਹਿੰਦੇ ਮਹਾਰਾਜ ਕਿਨੇ ਸੂਰਜ ਚੰਦ ਨੂੰ ਰੱਬ ਹੱਥ ਕੇ ਫੜ ਕੇ ਗੇਂਦ ਵਾਂਗੂ ਖੰਡਾਉਂਦਾ ਫਿਰਦਾ। ਰੱਬ ਅੱਗੇ ਸੂਰਜ ਕੀ ਹੈ? ਮਹਾ ਸੂਰਜਾਂ ਦਾ ਸੂਰਜ ਹੈ ਪ੍ਰਮਾਤਮਾ, ਉਹਦੇ ਅੱਗੇ ਇਹ ਚੀਜ਼ਾਂ ਬਹੁਤ ਛੋਟੀਆਂ ਹਨ। ਬ੍ਰਹਮ ਉਦੰਬਰ ਬਿਰਖ ਸਮਾਨਾ, ਫਲ ਅਨੇਕ ਬ੍ਰਹਮੰਡ ਪ੍ਰਮਾਨਾ। ਜਿਹੜਾ ਬ੍ਰਹਮ ਹੈ ਨਾ, ਪਰਮਾਤਮਾ ਹੈ, ਉਹ ਗੁਲਾਰ ਦੇ ਰੁੱਖ ਜਿਵੇਂ ਹੈ। ਗੁੱਲਰ ਦਾ ਰੁੱਖ ਹੁੰਦਾ ਹੈ ਨਾ, ਛੋਟੇ ਛੋਟੇ ਗੁੱਲਰ ਜਿਹੇ ਲੱਗਦੇ ਨੇ। ਕਹਿੰਦੇ ਉਹ ਇੱਕ ਸਮਝੋ ਇੱਕ ਰੁੱਖ ਹੈ, ਉਸ ਰੁੱਖ ਦੇ ਕਿੰਨੇ ਹੀ ਫਲ ਲੱਗਦੇ ਨੇ। ਐਵੇਂ ਸਮਝੋ ਪਰਮਾਤਮਾ ਦੇ ਵਿੱਚ ਕਿੰਨੇ ਹੀ ਬ੍ਰਹਮੰਡ ਸਮਾਏ ਹੋਏ ਹਨ। ਪਖਿਅਤ ਕਾਲ ਨ ਤ੍ਰਿਪਤੈ ਕੈਸੇ, ਕ੍ਰਿਤ ਆਹੂਤੀ ਪਾਵਕ ਜੈਸੇ। ਪਰ ਜਿਹੜਾ ਕਾਲ ਹੈ ਨਾ, ਸਾਰੇ ਜਿੰਨੇ ਵੀ ਬ੍ਰਹਮੰਡ ਬਣੇ ਨੇ ਸਾਰਿਆਂ ਵਿੱਚ ਤੁਰਿਆ ਫਿਰਦਾ। ਪਰ ਮਨੁੱਖ ਦਾ ਮਾਣ ਬੜਾ ਤਕੜਾ ਹੈ। ਮਨੁੱਖ ਦਾ ਮਾਣ ਏਡਾ ਕੁ ਵੱਧ ਗਿਆ ਹੈ, ਮਤਲਬ ਕਿ ਨਾ ਜਿਸ ਦਿਨ ਛੋਟਾ ਸੀ ਨਾ, 1-2 ਸਾਲ ਦਾ ਸੀ ਮਨੁੱਖ, ਜਿਸ ਦਿਨ ਸਰੀਰ ਛੋਟਾ ਹੁੰਦਾ, ਇਹ ਉਹੀ ਮਨੁੱਖ ਹੈ। ਸਵੇਰੇ ਵੀ ਆਪਾਂ ਬੇਨਤੀ ਕਰ ਰਹੇ ਸੀ, ਇਹ ਉਹੀ ਮਨੁੱਖ ਹੈ ਜਿਹਨੂੰ ਖਾਣ ਦਾ ਨਹੀਂ ਸੀ ਪਤਾ। ਜੇ ਕੁਝ ਕਰਨਾ ਜਾਣਦਾ ਸੀ ਤੇ ਉਦੋਂ ਕਰਦਾ। ਅੱਜ ਕਾਹਦਾ ਮਾਣ ਹੈ? ਜੇ ਉਦੋਂ ਕੁਝ ਨਹੀਂ, ਉਦੋਂ ਰੋਟੀ ਦਾ ਪਤਾ ਨਹੀਂ ਸੀ, ਜਨਮ ਦਾ ਪਤਾ ਨਹੀਂ ਸੀ, ਮਰਨ ਦਾ ਪਤਾ ਨਹੀਂ ਸੀ, ਠੰਡ ਦਾ ਨਹੀਂ ਸੀ ਪਤਾ, ਗਰਮੀ ਦਾ। ਬਿਲਕੁਲ ਮੂਰਖ। ਇਸ ਮੂਰਖ ਨੂੰ ਰੱਬ ਨੇ ਦੁਨੀਆ ਵਿੱਚ ਲਿਆ ਕੇ ਸਿਆਣਾ ਕੀਤਾ। ਅੱਜ ਮਨੁੱਖ ਏਡਾ ਸਿਆਣਾ ਬਣ ਕੇ ਰੱਬ ਨੂੰ ਗੱਲਾਂ ਕਰਦਾ, ਤੂੰ ਕੌਣ ਹੈ? ਇਹ ਉਹੀ ਮਨੁੱਖ ਰੱਬ ਦੇ ਉੱਤੇ ਥਿਉਰੀਆਂ ਲਿਖਦੇ ਨੇ, ਰੱਬ ਹੈ ਹੀ ਨਹੀਂ। ਐਸੇ ਮਨੁੱਖ ਜਿਨ੍ਹਾਂ ਦੇ ਦੰਦ ਨਹੀਂ ਸੀ, ਦੁੱਧ ਪੀਣ ਦਾ ਨਹੀਂ ਸੀ ਪਤਾ। ਜਿਸ ਰੱਬ ਨੇ ਦੁੱਧ ਦਿੱਤਾ, ਅੱਜ ਉਹਨੂੰ ਗੱਲਾਂ ਕਰੇ। ਆ ਥੋੜਾ ਜਿਹਾ ਸਰੀਰ ਵਿੱਚ ਜਾਨ ਆਈ ਹੈ, ਅੱਜ ਕਹਿੰਦਾ ਜਿਹੜਾ ਪਰਿਵਾਰ ਪਾਲਿਆ ਹੀ ਮੈਂ। ਇਹ ਤੇ ਵੇਖ ਤੈਨੂੰ ਕਿੰਨੇ ਪਾਲਿਆ, ਐਡਾ ਵੱਡਾ ਕਿਵੇਂ ਹੋਇਆ ਭਾਈ, ਕਿੰਨੇ ਬਚਾ ਕੇ ਰੱਖਿਆ, ਕਿਤੇ ਉਹਨੂੰ ਤੇ ਵੇਖ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਪਰਮਾਤਮਾ ਹੈ ਉਹ ਬਹੁਤ ਵੱਡਾ ਹੈ, ਤੇ ਉਹਨੇ ਜਿਹੜਾ ਕਾਲ ਬਣਾਇਆ ਹੈ ਉਹ ਲੱਖਾਂ ਹੀ ਬ੍ਰਹਮੰਡਾਂ ਨੂੰ ਖਾ ਜਾਂਦਾ ਹੈ। ਮੂਰਤ ਬਿਦਤ ਨਾ ਪਰੈ ਪਛਾਨੀ, ਘਟੀ ਮਾਸ ਬਰਖ ਹੈ ਤੇ ਜਾਨੀ। ਜਿਹਨੇ ਜਦੋਂ ਕਾਲ ਦੀ ਭੁੱਖ ਹੈ ਨਾ, ਘਟਦੀ ਨਹੀਂ, ਵੱਧਦੀ ਜਾਂਦੀ ਹੈ। ਇਹ ਦਿਨ ਪ੍ਰਤੀ ਦਿਨ ਵੱਧਦਾ ਹੀ ਜਾਂਦਾ ਹੈ, ਕਾਲ ਖਾਈ ਜਾਂਦਾ ਹੈ। ਰੋਜ਼ ਦੀ ਰੋਜ਼ ਕਾਲ ਵਧੀ ਹੀ ਜਾਂਦਾ ਹੈ। ਜੀਵਰ ਕਾਲ ਕਿਰਿਆ ਜਿਹ ਜਾਲਾ, ਫਸੇ ਜੀਵ ਤਿਸ ਮਾਹੇ ਬਿਸਾਲਾ। ਕਹਿੰਦੇ ਐਵੇਂ ਸਮਝੋ, ਕਾਲ ਸਮਝੋ ਜਿਵੇਂ ਝੀਵਰ ਹੈ। ਝੀਵਰ ਜਿਵੇਂ ਮੱਛੀਆਂ ਤੇ ਜਾਲ ਸੁੱਟਦਾ ਹੈ ਨਾ, ਫਸ ਜਾਂਦੀਆਂ ਨੇ ਮੱਛੀਆਂ, ਫਸ ਕੇ ਬਾਹਰ ਕੱਢ ਲੈਂਦਾ। ਤੇ
ਕਹਿੰਦੇ ਐਵੇਂ ਸਮਝੋ ਕਾਲ ਵੀ ਇਵੇਂ ਹੈ। ਕਾਲ ਨੇ ਪਵੈ ਅਚਿੰਤਾ ਜਾਲ, ਮਹਾਰਾਜ ਕਹਿੰਦੇ ਨੇ ਦਰਿਆ ਦੇ ਕੰਢੇ ਤੇ ਬਗਲਾ ਖੇਲਾ ਕਰਦਾ ਹੈ। ਕੇਲ ਕਰਿੰਦੇ ਹੰਝ ਨੂੰ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ। ਆ ਦੁਨੀਆ ਤੇ ਬੰਦਾ ਹੱਸਦਾ ਖੇਡਦਾ ਹੀ ਹੁੰਦਾ ਹੈ, ਯਾਦ ਵੀ ਨਹੀਂ ਹੁੰਦਾ ਵੀ ਇਹ ਦੁਨੀਆ ਤੋਂ ਕਿਤੇ ਜਾਣਾ ਹੈ, ਸਰੀਰ ਨੇ ਜਾਣਾ ਹੈ ਕਿ ਨਹੀਂ ਜਾਣਾ, ਕੋਈ ਯਾਦ ਨਹੀਂ। ਹਾਸੀਆਂ ਦੇ ਵਿੱਚ, ਪਰਿਵਾਰ ਦੇ ਵਿੱਚ ਇੰਨਾ ਖਚਤ ਹੋ ਗਿਆ ਹੈ, ਰੋਟੀਆਂ ਦੇ ਵਿੱਚ, ਪਾਉਣ ਦੇ ਵਿੱਚ, ਖਾਣ ਦੇ ਵਿੱਚ, ਦੁਨੀਆ ਦੇ ਪਦਾਰਥਾਂ ਦੇ ਵਿੱਚ, ਜੀਵ ਦੀਆਂ ਰਸਾਂ ਦੇ ਵਿੱਚ ਇੰਨਾ ਖਚਤ ਹੋ ਗਿਆ ਹੈ, ਇਹਨੂੰ ਯਾਦ ਹੀ ਨਹੀਂ ਦੁਨੀਆ ਤੋਂ ਜਾਣਾ ਵੀ ਯਾਦ ਹੀ ਨਹੀਂ। ਇਹ ਜਿੱਦਣ ਕਾਲ ਆਉਂਦਾ ਫਿਰ ਇਹਨੂੰ ਪੁੱਛਦਾ ਹੀ ਨਹੀਂ। ਅਚਿੰਤੇ ਕਾਲ ਜਾਲ ਪਏ, ਅਚਿੰਤੇ ਬਾਜ ਪਏ, ਅਚਿੰਤਾ ਹੀ ਬਾਜ ਪਈ। ਕਹਿੰਦੇ ਇਵੇਂ ਸਮਝੋ ਇੱਕ ਬਗਲਾ ਜਿਹੜਾ ਨਾ ਉਹ ਦਰਿਆ ਦੇ ਕੰਢੇ ਤੇ ਬੈਠਾ, ਤਾਰ ਲਾਈ ਬੈਠਾ ਹੈ ਕਿਸੇ ਡੱਡੂ ਤੇ ਕਿਸੇ ਮੱਛੀ ਤੇ। ਆਪ ਤੇ ਉਹ ਜਿਵੇਂ ਮਨੁੱਖ ਹੈ ਸਾਰਾ ਦਿਨ ਤਾਰ ਲਾਈ ਬੈਠਾ, ਕੁਝ ਨਾ ਕੁਝ, ਸਭ ਕੁਝ ਆ ਵੀ ਗਿਆ ਫਿਰ ਵੀ ਤਾਰਾਂ ਲਾਈ ਬੈਠਾ, ਉਹਦਾ ਵੀ ਲੈ ਲਾ, ਉਹਦੀ ਵੱਟ ਬਦਲਾ, ਉਹਦਾ ਖਾ ਲਾ, ਇਹ ਲਾਈ ਬੈਠਾ। ਕਹਿੰਦੇ ਆਪ ਬੈਠਾ ਸੀ, ਉਹਨੂੰ ਇਹ ਨਹੀਂ ਸੀ ਪਤਾ ਤੇਰੇ ਕਮਾਉਂਦਿਆਂ ਕਮਾਉਂਦਿਆਂ ਉੱਤੋਂ ਬਾਜ ਨੇ ਤੇਰੇ ਤੇ ਅੱਖ ਪਾਈ ਹੋਈ ਹੈ। ਬਗਲੇ ਨੇ ਮੱਛੀ ਤੇ ਅੱਖ ਧਰੀ, ਬਾਜ ਨੇ ਬਗਲੇ ਤੇ ਧਰ। ਉਹ ਹਜੇ ਮਛਲੀ ਨੂੰ ਫੜਨ ਨਹੀਂ ਲੱਗਾ ਸੀ, ਬਾਜ ਨੇ ਉਹਨੂੰ ਝਪਟਾ ਮਾਰਿਆ, ਬਾਜ ਨੂੰ। ਇਹੀ ਤਰੀਕਾ ਹੈ ਕਾਲ ਦਾ। ਕਾਲ ਦੀ ਖੇਡ ਹੈ। ਮਨੁੱਖ ਕੋ ਸੋਚਦਾ ਨਰ ਚਾਹਤ ਕੁਛ ਔਰ ਹੈ ਕੀ, ਔਰ ਹੈ ਕੀ, ਕੁਝ ਹੋਰ ਹੀ ਚਾਹੁੰਦਾ ਹੈ। ਜਿਸ ਦਿਨ ਇੱਥੋਂ ਜਾਣ ਵੀ ਲੱਗਦਾ ਹੈ ਨਾ, ਉਸ ਦਿਨ ਜਿਹਨੂੰ ਪੁੱਛਿਆ ਜੇ ਕੁਝ ਚਾਹੁੰਦਾ ਹੈ ਤੇ ਬੜਾ ਕੁਝ ਚਾਹੁੰਦਾ ਹੈ। ਚਾਹਤ ਕਿਹੜਾ ਖਤਮ ਹੋਣੀ ਹੈ। ਨਰ ਚਾਹਤ ਕੁਛ ਔਰ, ਮਨੁੱਖ ਦੀ ਚਾਹਤ ਤੇ ਕੁਝ ਹੋਰ ਹੈ, ਹੋ ਕੁਝ ਹੋਰ ਜਾਂਦਾ ਹੈ, ਚਾਹੁੰਦਾ ਕੁਝ ਹੋਰ ਹੈ, ਬਣੀ ਕੁਝ ਹੋਰ ਜਾਂਦਾ ਹੈ। ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ, ਕਈ ਬਣਨਾ ਡਾਕਟਰ ਚਾਹੁੰਦੇ ਨੇ, ਰੱਬ ਇੰਜੀਨੀਅਰ ਬਣਾ ਦਿੰਦਾ। ਕਈ ਬਣਨੇ ਇੰਜੀਨੀਅਰ ਚਾਹੁੰਦੇ ਨੇ, ਬਣਾ ਉਹਨਾਂ ਨੂੰ ਭਗਤ ਦਿੰਦਾ ਹੈ। ਕਈ ਡਾਕਟਰ ਬਣਨਾ ਚਾਹੁੰਦੇ ਨੇ, ਕੁਝ ਹੋਰ ਬਣਾ ਦਿੰਦਾ ਹੈ। ਜ਼ਿੰਦਗੀ ਦੇ ਵਿੱਚ ਇਹ ਕੋਈ ਨਹੀਂ ਪਤਾ ਕਿਸੇ ਨੂੰ ਰੱਬ ਕੀ ਬਣਾ ਦਿੰਦਾ। ਕਦੇ ਆਪ ਸੋਚਦਾ ਮੈਂ ਕੁਝ ਹੋਰ ਬਣਨਾ ਚਾਹੁੰਦਾ ਸੀ, ਕਦੀ ਨਹੀਂ ਸੀ ਚਾਹਿਆ, ਕਥਾ ਵੀ ਕਰਾਂਗੇ, ਆ ਬਣਾ ਦਿੱਤਾ, ਕੋਈ ਪਤਾ ਨਹੀਂ। ਚਾਹੁੰਦਾ ਕੁਝ ਹੋਰ ਹੈ ਰੱਬ ਕੁਝ ਹੋਰ ਚਾਹੁੰਦਾ ਹੈ। ਭਾਵੇਂ ਕੋਈ ਮਨੁੱਖ ਚਾਹੇ ਨਾ ਚਾਹੇ, ਉਹਨੂੰ ਰੱਬ ਦੀ ਕਰਨੀ 'ਚ ਚੱਲਣਾ ਹੀ ਪੈਂਦਾ, ਭਾਵੇਂ ਰੋ ਕੇ ਚੱਲੇ ਤੇ ਭਾਵੇਂ ਹੱਸ ਕੇ ਚੱਲੇ। ਹਾਂ ਇੱਕ ਗੱਲ ਹੈ, ਮਹਾਰਾਜ ਜੀ ਕਹਿੰਦੇ ਨੇ ਜੇ ਰੱਬ ਦੀ ਕਰਨੀ ਨੂੰ ਭਲਾ ਕਰਕੇ ਮੰਨ ਲਵੇ, ਰੱਬ ਉਹਨੂੰ ਸੁੱਖ ਬੜੇ ਦੇ। ਕਹਿੰਦੇ ਆਪਣੀ ਅਮਾਨ ਕਛ ਬਹੁਰ ਸਾਹੁ ਲੈ, ਅਗਿਆਨੀ ਮਨ ਰੋਸ ਕਰੇ। ਜੇ ਉਹਦੀਆਂ ਹੀ ਵਸਤੂਆਂ ਨੇ ਗਿਆਨ ਧਿਆਨ, ਜੇ ਉਹ ਲੈਂਦਾ ਤੇ ਰੋਸ਼ ਕਰੇ, ਮਾਰ ਕੇ ਰੱਬ ਉਹਦਾ ਵਿਸ਼ਵਾਸ ਹੀ ਨਹੀਂ ਕਰਦਾ। ਪਰ ਜੇ ਮਨੁੱਖ ਖਿੜੇ ਮੱਥੇ ਰੱਬ ਦੀ ਕਰਨੀ ਨੂੰ ਸਵੀਕਾਰ ਕਰੇ, ਪਰ ਉਹਦੇ ਅੱਗੇ ਬੇਨਤੀ ਕਰਦੇ, ਰੱਬਾ ਮੈਨੂੰ ਇਹ ਕਬੂਲ ਨਹੀਂ, ਕਿਰਪਾ ਕਰ, ਤੇਰੇ ਹੱਥ 'ਤੇ ਸਾਰਾ ਕੁਝ ਹੈ, ਤੂੰ ਕਿਰਪਾ ਕਰ ਮੈਨੂੰ ਬਦਲ ਦੇ, ਉਹ ਬਦਲ ਵੀ ਦਿੰਦਾ। ਐਸੀ ਗੱਲ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਾਲ ਨੂੰ ਇਵੇਂ ਸਮਝੋ, ਕਾਲ ਇਵੇਂ ਜਿਵੇਂ ਝੀਵਰ ਹੋਏ ਤੇ ਝੀਵਰ ਸੁੱਟਦਾ ਕੀ ਹੈ, ਜਾਲ ਸੁੱਟਦਾ ਮੱਛੀਆਂ ਤੇ। ਕਾਲ ਸਾਰੇ ਜੀਵਾਂ ਦੇ ਇਹਨੇ ਕਾਲ ਨੇ ਜਾਲ ਸੁੱਟਿਆ ਹੋਇਆ ਹੈ, ਪਤਾ ਨਹੀਂ ਕਦੋਂ ਕਿਹਨੂੰ ਖਿੱਚ ਲੈਣਾ। ਤੇ ਮਹਾਰਾਜ ਕਹਿੰਦੇ ਇਸ ਕਰਕੇ ਕਾਲ ਸਾਰੀ ਦੁਨੀਆ 'ਚ ਵਿਆਪ ਰਿਹਾ ਹੈ। ਛੂਟਨ ਹੋਏ ਨਾ ਸੇ ਕਹਿ ਭਾਂਤੀ, ਦੁੱਖ ਮਹਿ ਪੰਚੇ ਨਾ ਪਾਵਹਿ ਸ਼ਾਂਤੀ। ਇਸ ਕਰਕੇ ਜਿਹੜੇ ਮਨੁੱਖਾਂ ਦੇ ਕਾਲ ਪੈ ਜਾਂਦਾ, ਦੁੱਖ ਵਿੱਚ ਪਚੀ ਜਾਂਦੇ ਨੇ, ਉਹਨਾਂ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਚੇਤਕ ਹੈ ਪਰ ਪੰਚ ਪਸਾਰਾ, ਕਈ ਵਾਰ ਕੀਏ ਕਾਲ ਆਹਾਰਾ। ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ ਕਈ ਵਾਰ ਪਸਰਿਓ ਪਾਸਾਰਾ, ਸਦਾ ਸਦਾ ਇੱਕ ਅੰਕਾਰ। ਕਈ ਵਾਰ, ਇਹ ਦੁਨੀਆ ਕੋਈ ਪਹਿਲੀ ਵਾਰ ਨਹੀਂ ਬਣੀ, ਸਾਡੇ ਹੁੰਦੇ ਹੀ ਥੋੜੀ ਨਾ ਬਣੀ ਹੈ। ਸਾਡੇ ਆਉਣ ਤੋਂ ਪਹਿਲਾਂ ਅਸੀਂ ਵੀ ਕਈ ਵਾਰੀ ਆਏ ਹਾਂ ਇੱਥੇ। ਬਾਣੀ ਤੇ ਇਹ ਕਹਿੰਦੀ ਹੈ, ਆ ਕੋਈ ਐਤਕੀ ਬੰਦੇ ਦੇ ਰੂਪ ਵਿੱਚ ਆਇਆ, ਕੋਈ ਬੀਬੀ ਦੇ ਰੂਪ 'ਚ ਆਇਆ। ਸਾਨੂੰ ਤੇ ਐਤਕੀ ਦਾ ਹੀ ਯਾਦ ਹੈ, ਅਸੀਂ ਕਈ ਵਾਰੀ ਆਏ ਹਾਂ। ਅਸੀਂ ਕੋਈ ਨਵੇਂ ਨਹੀਂ ਹੈ ਇਹ ਧਰਤੀ 'ਤੇ ਨਾ, ਆਏ ਕਈ ਵਾਰ ਆ। ਉਹ ਵੱਖਰੀ ਗੱਲ, ਸਾਨੂੰ ਯਾਦ ਨਹੀਂ ਪਹਿਲਾਂ ਕਿਹੜੇ ਕਿਹੜੇ ਰੂਪ ਵਿੱਚ ਆਏ ਸੀ। ਹਾਂ ਜੇ ਕੋਈ ਯਾਦ ਕਰਨਾ ਚਾਹੁੰਦਾ ਹੈ, ਵਾਹਿਗੁਰੂ ਦੀ ਬੰਦਗੀ ਕਰੇ, ਰੋਜ਼ ਅਰਦਾਸ ਕਰੀ ਜਾਏ, ਪਿਛਲਾ ਜਨਮ ਵਿਖਾਓ। ਜਿਵੇਂ ਮਹਾਰਾਜ ਦੇ ਸਾਹਮਣੇ ਨਾ
कई सेवकां ने आके दर्शन महाराज जी ने कहना, महाराज जी भी किरपा करो साहब जी भी सानू पिछला जन्म विखा देंदे सी महाराज। अज गुरु ग्रंथ साहब जी जे अगे बेनती करिए भी विखा देणगे कि महाराज गुरु ग्रंथ साहब वास्ते कोई वड्डी गल है। जिवें महाराज जी तो कोई चोर कर रहा सी सिंह ते भालू नच रहा सी, वो हसी जाए भालू नूं मार के हसना, कहते क्यों, कहते तेरा पिता ही है। नाल ही चोर थले रख दी, चोर साहब नाल ही थले रखी, मार के की गल हुई, कहते महाराज तुहाडी सत संगत च रह के भी देखो उन्होंने विखा रहे हैं। मैं गल जी आप जी नूं दृष्टांत देना चाहुंदा भी मनुख गुरु विखा सकता है। कहते भाई तेरे पिता ने कोई सिख जाता सी, वो प्रसाद की मंग कर लग्या, जिवें गुरुद्वारे रहिंदे साडे तो भी सेवादारां तो भी कई बार संगत नूं बोल बोले जाते हैं, बोलने नहीं चाहिए। चलो महाराज तो वैसे तो रोज़ सेवा करके रात को जाते एक बार माफ़ी मंग जानी चाहिए है भी अज किसी नाल कोई वाधा घाटा बोलिया गया हो तो माफ़ करो, ये मंग जानी चाहिए रोज़ की रोज़, सारिਆਂ ਨੂੰ मंग लैनी चाहिए भी अज किसी नाल बोलिया गया तो माफ़ करो, बोलिया जाता ही है। महाराज कहते भी बोलिया गया, कहता भाई मेरे गड्ढे चल गए ने प्रसाद दे, कहते तू पहला गड्ढे रोक के ही आउंदा इत्थे, क्यों टप्पी जाना अगे अगे रिछ वांगू टप्पी जाना। सिख कोई बंदगी वाला सी, वो कह लगा भाई मैं थोड़ी ना रिछ वांगू टप रहा, टपेगा तो तू। बचन होया साध बचन अटला तो अगली बारी बन गया। महाराज कहते तेरे प्यो की सेवा का ये फल है, छेती छुटकारा हो जाना है। महाराज ने उसका छुटकारा किया। गुरु चाहे मृतक जी दूजी देही है वो कोई भी बना, असी जेडे दुनिया ते आए हाँ जिन्हें सानू ये मान हो गया मैं फलाना सिंह हाँ, नहीं ये शरीर है, ये सिंह ने तो मिट्टी 'च जाना एक दिन, जिन्हों असी आप समझी बैठे हाँ वो इत्थे ही रहना है, वो इत्थों ही बने इत्थे ही रहना है। ये नहीं हाँ असी जो कुछ असी हाँ वो सानू पता नहीं है। बोहरो रचै सुखैन सब रंकै, ग्रहण भीषण शिव निज तन धरकै। परमात्मा कई बारी धरती बनाउंदा है, कई बारी नाश करता है। कहते जदों नाश कर देंदा ना फिर सवार के बनाउंदा, जिवें कोई घर पुराने हो जाण ना पुराने मॉडल दे, मतलब सोचदा इन्हां नूं तोड़ो, ये नवें डिजाइन आ गए ने नवें बना लो। रब भी देखदा भी धरती पुरानी हो गई है, डिजाइन बदलो इसदा, हुण इत्थे आ कर दो। परमात्मा हुण ये धरती का भी तो डिजाइन जिदन पुराना हो जाएगा रब कहेगा बदलो बई। हुण असीं जदों घर नवें बना सकते हैं तो रब डिजाइन पुराने छड्डदा है किते, उन्हें भी धरती का डिजाइन बदल देना, सूरज होर बना देगा, चंद्रमा हो हुण उहदे कोल ते अनेक ही डिजाइन ने, साडी ड्यूटी कित्थे लाएगा पता नहीं किहदी ड्यूटी कित्थे लाएगा। इस करके बाणी की इस तुक का अर्थ यह है कई बार पसरे हो सारा, कई बार पसरिया है पर रब हरेक बारी धरती नवे डिजाइन की लैके आउंदा है नवा, जिन्होंने महाराज साहिब मेरा नीत नवा, नवे का मतलब रब को हरेक चीज़ नवी नवी है। जिवें जो मनुख बाणी पढ़े ना बंदगी करे वो मनुख के मन में रोज़ विचार भी नवे ही आते हैं। जपजी साहब के जो अर्थ पढ़िए रोज़ नवे तो नवे विचार मनुख के मन में आते रहते हैं। अंतर ध्यान करे पुन ताही, ग्रसै सकल को तजै ना काही। महाराज कहते रब जिन्ने भी देवते बनाता सारे अंतर ध्यान कर देंदा, सारिਆਂ ਨੂੰ ਉਹਨਾਂ ਦੇ शरीरां ਨੂੰ काल ग्रस जाता है। उस समय रब दे विच ये कोई दयालता नहीं, ਹੁਣ ਆਪਾਂ कि रब बड़ा निर्दयी है धरती ਨੂੰ मार देगा नहीं, ਉਹਦੇ ਤੇ ਆਵਣ ਜਾਣ एक खेल बनाया। जिवें बच्चे ना पुराने ਸਮਿਆਂ 'ਚ मिट्टी के घर बनाउंदे सी, सवेर तो लगना उन्हां बनाउण, सारा दिन कहना इत्थे मेरा आ पिया है, इत्थे आ पिया है। तो जो रात को जाना ना माँ ने आवाज़ मारनी बेटा आ जा, जान लग्या लत्त मारनी खिच के उठा, जो बनाउणा उदों भी खुशी, घरों जो जान लग्या उदों लत्त मारी खिच के माँ बुला रही है चल पई। एवें रब भी है, रब बनाउंदा भी कर आसन डिठो चाओ, ये चाओ नाल वेखदा धरती नूं। इस करके महाराज कहंदे ने असीं भी रब दा नाम जप के चाह नाल वेखीए, देखण आयो जगत तमाशा, ये तमाशा वेखण आए असीं। इस करके परमेश्वर की बंदगी करके हमेशा चाह दे विच मनुख नूं रहना चाहिए है। बिन करुणा ते क्रूर बसाला, मृग ब्रह्मंड
ਕਹੇਰੀ ਕਾਲਾ। ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਦਿਆਲ ਰਹਿਤ ਹੈ ਤੇ ਸਖਤ ਵੀ ਹੈ। ਐਵੇਂ ਸਮਝੋ ਜਿਹੜਾ ਬ੍ਰਹਮੰਡ ਹੈ ਹਿਰਨ ਜਿਵੇਂ ਹੈ ਤੇ ਜਿਹੜਾ ਕਾਲ ਹੈ ਇਹ ਸ਼ੇਰ ਜਿਵੇਂ ਹੈ। ਤੇ ਸ਼ੇਰ ਤੇ ਹਿਰਨ ਨੂੰ ਖਾਈ ਜਾਂਦਾ ਹੈ। ਕਾਲ ਤਕੜਾ ਹੈ, ਕਾਲ ਇਸ ਬ੍ਰਹਮੰਡ ਨੂੰ ਵੀ ਖਾ ਜਾਏਗਾ। ਇੱਥੋਂ ਤਾਈਂ ਦੀ ਕਥਾ ਆਪ ਜੀ ਨੇ ਅੱਜ ਸਰਵਣ ਕੀਤੀ ਹੈ। ਇਹ ਮਹਾਰਾਜ ਸਾਹਿਬ ਜੀ ਹਜੇ ਸਿੱਖਾਂ ਨੂੰ ਇਹ ਦੱਸ ਰਹੇ ਨੇ ਵੀ ਰੋਵੋ ਨਾ, ਸ਼ੋਕ ਨਾ ਕਰੋ, ਕੋਈ ਗੱਲ ਨਹੀਂ, ਤੁਹਾਡਾ ਪ੍ਰੇਮ ਹੈ। ਕਿਉਂਕਿ ਵੀ ਵੱਡਾ ਸਾਰਾ ਦਰਖਤ ਲੱਗਾ ਹੋਏ ਨਾ, ਕਦੀ ਉਹਦਾ ਪੱਤਾ ਪੁੱਟ ਕੇ ਵੇਖਿਓ, ਪੱਤਾ ਪੁੱਟ ਕੇ ਨਾ ਉਹਦੇ ਵਿੱਚੋਂ ਪਾਣੀ ਸਿਮਦਾ ਹੈ। ਇਸ ਕਰਕੇ ਵਿਛੜਨ ਦਾ ਦੁੱਖ ਤੇ ਦਰਖਤ ਨਹੀਂ ਸਹਿ ਸਕਦੇ, ਅਸੀਂ ਤੇ ਫਿਰ ਮਨੁੱਖ। ਤੇ ਮਹਾਰਾਜ ਨੇ ਵਿਛੋੜੇ ਦਾ ਬੜਾ ਤਕੜਾ ਦੁੱਖ ਮੰਨਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਬਤ ਸਖਤ ਵਾਰ ਜਮਦੂ, ਇੱਕ ਦੁੱਖ ਰੋਗ ਲੱਗਿਆ ਤਨ ਧਾਏ। ਸਭ ਤੋਂ ਤਨ ਦਾ